ਸਨਮਾਨਯੋਗ ਗੁਰੂ ਸਵਾਰਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਮਿਸ਼ਨ ਕਾਲਜ ਲੁਧਿਆਣਾ ਵੱਲੋਂ SMC ਗੁਰਮਤਿ ਕਲਾਸ USA ਵਿੱਚ ਆਪ ਸਾਰਿਆਂ ਦਾ ਸਵਾਗਤ ਹੈ। ਸਾਰਿਆਂ ਨੂੰ ਹਰ ਸੋਮਵਾਰ ਅਸੀਂ ਆਪ ਜੀ ਵੱਲੋਂ ਭੇਜੇ ਹੋਏ ਸਵਾਲਾਂ ਦੇ ਉੱਤਰ ਦਿੰਦੇ ਹਾਂ। ਇਹ ਸਵਾਲ ਜੋ ਆਪ ਭੇਜਦੇ ਹੋ ਪੈਨਲ ਮੈਂਬਰਾਂ ਦੇ ਵਿੱਚ ਵਿਚਾਰ ਕੀਤੀ ਜਾਂਦੀ ਹੈ। ਉਹਦੇ ਮੁਤਾਬਕ ਜਿਨ੍ਹਾਂ ਦੀ ਸੇਵਾ ਲੱਗਦੀ ਹੈ ਉਹ ਪੈਨਲ ਮੈਂਬਰ ਆਪ ਜੀ ਦੇ ਨਾਲ ਜਵਾਬ ਸਾਂਝਾ ਕਰ ਦਿੰਦਾ ਹੈ। ਸਵਾਲ ਜਵਾਬ ਸੈਸ਼ਨ ਵੀ ਰਾਜਾ ਸਿੰਘ ਜੀ ਸੇਵਾ ਨਿਭਾ ਰਹੇ ਹਨ। ਮੈਂ ਬੇਨਤੀ ਕਰ ਰਿਹਾ ਹਾਂ ਵੀ ਰਾਜਾ ਸਿੰਘ ਜੀ ਨੂੰ ਅੱਜ ਦਾ ਇਹ ਸਵਾਲ ਜਵਾਬ ਦਾ ਸੈਸ਼ਨ ਸ਼ੁਰੂ ਕਰਨ। ਵੀ ਰਾਜਾ ਸਿੰਘ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੋ ਸੰਗਤ ਜੀ, ਆਪ ਜੀ ਦਾ ਅੱਜ ਦੇ ਪ੍ਰੋਗਰਾਮ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ। ਤੋ ਆਪ ਜੀ ਵੱਲੋਂ ਭੇਜੇ ਸਵਾਲ, ਉਹਨਾਂ ਨੂੰ ਵਿਚਾਰ ਕਰਕੇ ਪੈਨਲ ਆਪ ਦੀ ਸੇਵਾ 'ਚ ਹਾਜ਼ਰ ਹੈ। ਸਭ ਤੋਂ ਪਹਿਲਾਂ ਸਾਰੇ ਪੈਨਲ ਮੈਂਬਰਸ ਆਪ ਜੀ ਨਾਲ ਫਤਿਹ ਸਾਂਝੀ ਕਰਨਗੇ ਜੀ। ਸਤਜਿੰਦਰ ਸਿੰਘ ਜੀ, ਆਵਾਜ਼ ਨਹੀਂ, ਅਨਮਿਊਟ ਕਰ ਲਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਫਤਿਹ। ਸਾਹ ਕਿਕਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਹ ਪ੍ਰਭ ਕੀਰਤਨ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਰਦਾਰ MP ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭੈਣ ਮਨਿੰਦਰ ਕੌਰ ਜੀ, ਸ਼ਾਇਦ ਆਏ ਨਹੀਂ ਲੱਗਦੇ, ਉਹ ਨਹੀਂ ਜੁਆਇਨ ਹੋਏ ਲੱਗਦੇ ਜੇ। ਹਾਂਜੀ, ਚਲੋ ਆਪਾਂ ਸੰਗਤ ਜੀ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਤੋ ਇਸੇ ਤਰ੍ਹਾਂ ਸਾਹ ਜਗੀਰ ਸਿੰਘ ਜੀ ਨਹੀਂ ਦਿਸ ਰਹੇ, ਤੋ ਕੋਈ ਨਹੀਂ, ਬਾਅਦ ਜੁਆਇਨ ਕਰ ਲੈਣਗੇ। ਤੋ ਸਾਧ ਸੰਗਤ ਜੀ, ਆਪ ਵੱਲੋਂ ਭੇਜੇ ਵੱਖ-ਵੱਖ ਵਿਸ਼ਿਆਂ ਦੇ ਜਿਹੜੇ ਸਵਾਲ ਨੇ ਉਹ ਅਸੀਂ ਇੱਕ ਇੱਕ ਕਰਕੇ ਲਵਾਂਗੇ। ਸਵਾਲ ਜਿਹੜੇ ਨੇ ਉਹ ਤਕਰੀਬਨ ਸਾਰੇ ਜਿਹੜੇ ਨੇ ਉਹ ਸਾਡੀਆਂ ਮਰਿਆਦਾਵਾਂ ਔਰ ਤਕਰੀਬਨ ਇਤਿਹਾਸ ਨਾਲ ਸੰਬੰਧਿਤ ਨੇ। ਅੱਜ ਇਹਨਾਂ 'ਚ ਗੁਰਬਾਣੀ ਪ੍ਰਤੀ ਮੈਨੂੰ ਕੋਈ ਸਵਾਲ ਜਿਹੜਾ ਉਹ ਨਹੀਂ ਦਿਸ ਰਿਹਾ। ਤੋ ਸਭ ਤੋਂ ਪਹਿਲਾਂ ਜਿਹੜਾ ਇੱਕ ਸਵਾਲ ਹੈ ਉਹ ਹੈ ਸਾਧ ਸੰਗਤ ਜੀ, ਕਿਉਂਕਿ ਸਾਡੇ ਇੱਕ ਰਿਵਾਜ ਹੈ ਸਾਰਿਆਂ ਗੁਰਦੁਆਰੇ 'ਚ ਤਕਰੀਬਨ ਕਿ ਅੰਮ੍ਰਿਤ ਵੇਲੇ ਆਸਾ ਕੀ ਵਾਰ ਦਾ ਕੀਰਤਨ ਜਿਹੜਾ ਉਹ ਜ਼ਰੂਰ ਹੁੰਦਾ। ਤੋ ਸਵਾਲ ਕਰਤਾ ਪੁੱਛਦੇ ਨੇ ਵੀ ਆਸਾ ਕੀ ਵਾਰ ਦਾ ਜਿਸ ਵੇਲੇ ਕੀਰਤਨ ਹੁੰਦਾ ਤਾਂ ਪੌੜੀਆਂ ਸ਼ਲੋਕਾਂ ਤੋਂ ਇਲਾਵਾ ਛੱਕੇ ਵੀ ਪੜ੍ਹੇ ਜਾਂਦੇ। ਤੇ ਉਹਨਾਂ ਨੇ ਪੁੱਛਿਆ ਕਿ ਇਹ ਪੰਥਕ ਫੈਸਲਾ ਹੈ ਕਿ ਆਸਾ ਕੀ ਵਾਰ ਦੇ ਕੀਰਤਨ ਸਮੇਂ ਪੌੜੀਆਂ ਔਰ ਸ਼ਲੋਕ ਜਿਹੜੇ ਇਕੱਠੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹਨ, ਪਰ ਛੱਕੇ ਜਿਹੜੇ ਨੇ ਉਹ ਹੋਰ ਅੰਗ ਤੇ ਦਰਜ ਨੇ, ਵੀ ਇਹਨਾਂ ਨੂੰ ਇੱਕ ਇੱਕ ਛੱਕਾ ਰਲਾ ਕੇ ਇੱਕ ਇੱਕ ਪੌੜੀ ਨਾਲ ਪੜ੍ਹਿਆ ਜਾਂਦਾ, ਕਿਉਂਕਿ 24 ਛੱਕੇ ਤੇ 24 ਪੌੜੀਆਂ ਵੀ ਆਇਆ ਇਹ ਕਿਸੇ, ਕਿਉਂਕਿ ਰਹਿਤ ਮਰਿਆਦਾ 'ਚ ਐਸਾ ਲਿਖਿਆ ਨਹੀਂ ਹੈ ਵੀ ਇਹ ਕੋਈ ਪੰਥਕ ਫੈਸਲਾ ਹੈ ਜਾਂ ਕੀ ਹੈ। ਤੋ ਮੈਂ ਬੇਨਤੀ ਕਰ ਰਿਹਾ ਸਤਜਿੰਦਰ ਸਿੰਘ ਜੀ, ਉਹ ਕਿਰਪਾ ਕਰਕੇ ਇਹਦੇ ਬਾਰੇ ਸਾਨੂੰ ਸਪਸ਼ਟ ਕਰੋ ਜੀ, ਆਸਾ ਕੀ ਵਾਰ ਦੇ ਇਸ ਸਵਾਲ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। आपने ਜਿਹੜਾ ਸਵਾਲ ਪੁੱਛਿਆ ਹੈ ਉਹ ਬਹੁਤ ਜ਼ਰੂਰੀ ਸਵਾਲ ਹੈ ਤੇ ਉਸ ਦੇ ਬਾਰੇ ਅਸੀਂ ਇਹ ਕਹਿ ਸਕਦੇ ਹਾਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ 22 ਵਾਰਾਂ ਜਿਹੜੀਆਂ ਉਹ ਅੰਕਿਤ ਹਨ ਔਰ ਉਹਨਾਂ 22 ਵਾਰਾਂ ਦੇ ਨਾਲ ਜਿਹੜੇ ਪੰਚਮ ਪਾਤਸ਼ਾਹ ਜੀ ਨੇ ਸੰਪਾਦਕੀ ਜਿਹੜੀਆਂ ਨਾਲ ਲਿਖੀਆਂ ਹਨ, ਉਹ ਵਾਰਾਂ ਦੇ ਨਾਲ ਇਹ ਵੀ ਲਿਖਿਆ ਹੈ ਕਿ ਇਹਦੇ ਨਾਲ ਸ਼ਲੋਕ ਹਨ ਜਾਂ ਜਿਨ੍ਹਾਂ ਦੇ ਨਾਲ ਸ਼ਲੋਕ ਨਹੀਂ। ਸੱਤੇ ਬਲਵੰਡ ਦੀ ਵਾਰ ਜਿਹੜੀ ਹੈ ਉਸ ਦੇ ਨਾਲ ਸ਼ਲੋਕ ਨਹੀਂ ਔਰ ਬਸੰਤ ਕੀ ਵਾਰ ਦੇ ਨਾਲ ਵੀ ਸ਼ਲੋਕ ਨਹੀਂ ਹਨ। ਤੇ ਜਿੱਥੇ ਇਸ ਦੇ ਨਾਲ ਇਹ ਲਿਖਿਆ ਹੈ ਕਿ ਅਸੀਂ ਇਹ ਜਿਹੜੀ ਵਾਰਾਂ ਨੇ
ਮੈਂ ਬੇਨਤੀ ਕਰਦੇ ਹਾਂ ਕਿ ਵਾਰਾਂ ਦਾ ਮੁੱਢਲਾ ਜਿਹੜਾ ਸਰੂਪ ਹੈ ਉਹ ਕੇਵਲ ਪੌੜੀਆਂ ਹਨ ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਪ ਹੀ ਉਹਨਾਂ ਦੇ ਨਾਲ ਜਿਹੜੇ ਸ਼ਲੋਕ ਸਨ ਦੂਜੇ ਗੁਰੂ ਸਾਹਿਬਾਨ ਦੇ ਉਚਾਰੇ ਹੋਏ ਜਿਹੜੇ ਉਸ ਜਗ੍ਹਾ ਦੇ ਉੱਪਰ ਉਸ ਸਬਜੈਕਟ ਦੇ ਨਾਲ ਮੇਲ ਖਾਂਦੇ ਸਨ ਉਹਨਾਂ ਨੂੰ ਉਹਨਾਂ ਪੌੜੀਆਂ ਦੇ ਨਾਲ ਜਿਹੜਾ ਹੈ ਪਹਿਲਾਂ ਸ਼ਲੋਕ ਦਰਜ ਕੀਤੇ ਹਨ ਫਿਰ ਉਸ ਤੋਂ ਬਾਅਦ ਪੌੜੀ ਦਰਜ ਕੀਤੀ ਹੈ। ਤੇ ਸ਼ਲੋਕ ਔਰ ਪੌੜੀਆਂ ਦਾ ਜਿਹੜਾ ਮਿਲਵਾ ਹੈ ਆਪਸ ਵਿੱਚ ਸੰਬੰਧ ਹੈ ਉਹਦੇ ਨਾਲ ਜਿਹੜੀ ਪੌੜੀ ਦਾ ਵੀ ਸੰਦੇਸ਼ ਵਾਰ ਦੇ ਵੀ ਦੇਣਾ ਸੀ ਗੁਰੂ ਮਹਾਰਾਜ ਨੇ ਉਹ ਸਪਸ਼ਟ ਹੋ ਜਾਂਦਾ ਹੈ ਸ਼ਲੋਕਾਂ ਦੇ ਨਾਲ। ਉਹ ਇੱਥੇ ਸੰਪਾਦਕੀ ਦੇ ਨਾਲ ਹੀ ਉਹਨਾਂ ਇਹ ਵੀ ਲਿਖਿਆ ਹੈ ਕਿ ਇਹ ਜਿਹੜੀਆਂ 9 ਧੁਨੀਆਂ ਹਨ ਇਹ ਵਾਰਾਂ ਦੇ ਨਾਲ ਲਿਖੀਆਂ ਹਨ ਕਿ ਇਹ 9 ਵਾਰਾਂ ਦੇ ਨਾਲ ਇਹ ਧੁਨੀਆਂ ਦੇ ਉੱਪਰ ਇਹ ਜਿਹੜੇ ਆਪਾਂ ਵਾਰਾਂ ਜਿਹੜੀਆਂ ਹਨ ਪੜ੍ਹਨੀਆਂ ਹਨ। तो मैं आप जी ਨਾਲ ਸਾਂਝਾ ਕਰਦਾ ਹਾਂ ਕਿ ਪਹਿਲੀ ਹੈ ਵਾਰ ਮਾਂਝ ਕੀ ਤਥਾ ਸ਼ਲੋਕ ਮਹਲਾ ਪਹਿਲਾ ਮਲਕ ਮੁਹੀ ਮੁਰੀਦ ਤਥਾ ਚੰਦਰਹਾੜਾ ਸੋਹੀਆ ਕੀ ਧੁਨੀ ਗਾਵਣੀ ਕਿ ਇਸ ਧੁਨੀ ਦੇ ਵਿੱਚ ਇਹ ਮਾਂਝ ਦੀ ਵਾਰ ਨੂੰ ਗਾਉਣਾ ਹੈ। ਉਸ ਤੋਂ ਬਾਅਦ ਗੌੜੀ ਕੀ ਵਾਰ ਮਹਲਾ ਪੰਜਵਾਂ ਰਾਏ ਕਮਾਲ ਦੀ ਮੌਜਦੀ ਕੀ ਵਾਰ ਕੀ ਧੁਨ ਇਸ ਉੱਪਰ ਗਾਉਣਾ ਹੈ। तीसरा है आशा की वार महला पहला टुंडे असराजे की धुनी। चौथा बढ़हंस की वार महला चौथा लल्ला पहलीमा की धुन। पंजवा है गुजरी की वार महला तीजा सिकंदर बिराहम की धुनी। फिर है छेवा रामकली की वार महला तीजा जोधे वीरे कुर्बानी की धुनी। फिर सतवां है सारंग की वार महला चौथा राय में हंसने की धुनी। फिर अठवां है मलार की वार महला पहला राणे कैलाश तथा मालदे की धुन। फिर 9वां है कि कांडे की वार महला चौथा मूसे की वार की धुनी। सो इथों स्पष्ट है कि वारां नूं किस तरह गाउणा है उसका स्पष्ट तौर के उपर गुरु अर्जन देव महाराज जी ने जिस वेले श्री गुरु ग्रंथ साहब की संपादना की है और वारां दे नाल श्लोक जिहड़े ऐड किए हैं 2 वारां नूं 2 छड़ के सत्य ब्रह्मंड दी ते बसंत की वार भी ਉੱਥੇ ਇਹ ਵੀ ਲਿਖ ਦਿੱਤਾ ਹੈ ਕਿ ਕਿਹੜੀ ਦੁਨੀਆ ਦੇ ਨਾਲ ਇਹ ਗਾਉਣਾ ਹੈ। ਇਹਨਾਂ ਦੇ ਵਿੱਚ ਕਿਤੇ ਵੀ ਨਾ ਸਿੱਖ ਰਹਿਤ ਮਰਿਆਦਾ ਦੇ ਅੰਦਰ ਤੇ ਨਾ ਕਿਸੇ ਹੋਰ ਇਤਿਹਾਸਕ ਜਿਹੜੇ ਗ੍ਰੰਥ ਹਨ ਉਹਨਾਂ ਦੇ ਵਿੱਚ ਇਸ ਗੱਲ ਦੀ ਕੋਈ ਸਾਨੂੰ ਮਿਲਦਾ ਹੈ ਤਾਂ ਇੰਸਟਰਕਸ਼ਨ ਮਿਲਦੀਆਂ ਹਨ ਕਿ ਇਸ ਨੂੰ ਇਹਦੇ ਨਾਲ ਰਲਾ ਕਰਕੇ ਕੋਈ ਜਿਹੜੇ ਛੱਕੇ ਹਨ ਉਹ ਵੀ ਕਿਹੜੇ ਕਿਹੜੇ ਪੜ੍ਹਨੇ ਹਨ। ਮੈਂ ਇੱਥੇ ਬੇਨਤੀ ਕਰਦੇ ਹਾਂ ਕਿ ਕਈ ਗਲਤ ਮਰਿਆਦਾਵਾਂ ਜਿਹੜੀਆਂ ਨੇ ਉਹ ਸਿੱਖ ਪੰਥ ਦੇ ਅੰਦਰ ਚੱਲ ਰਹੀਆਂ ਹਨ ਤੇ ਉਹਨਾਂ ਚੋਂ ਇੱਕ ਇਹ ਵੀ ਗਲਤ ਮਰਿਆਦਾ ਹੈ ਕਿ ਮਨ ਮਰਜ਼ੀ ਦੇ ਨਾਲ ਅਸੀਂ ਜਦੋਂ ਵਾਰਾਂ ਦਾ ਕੀਰਤਨ ਕਰਦੇ ਹਾਂ ਆਸਾ ਕੀ ਵਾਰ ਦਾ ਖਾਸ ਤੌਰ ਦੇ ਉੱਪਰ ਤਾਂ ਉੱਥੇ ਅਸੀਂ ਮਨ ਮਰਜ਼ੀ ਦੇ ਆਪਣੇ ਸ਼ਬਦ ਜਿਹੜੇ ਹਨ ਜਿਹੜੇ ਅਸੀਂ ਤਿਆਰ ਕੀਤੇ ਹਨ ਜਿਹੜੀਆਂ ਸਾਡੀਆਂ ਕੈਸਟਾਂ ਚੱਲ ਰਹੀਆਂ ਹਨ ਮਸ਼ਹੂਰ ਹਨ ਅਸੀਂ ਉਹਨਾਂ ਨੂੰ ਉੱਥੇ ਫਿੱਟ ਕਰਕੇ ਤੇ ਅਸੀਂ ਕੀਰਤਨ ਜਿਹੜਾ ਹੈ ਆਸਾ ਕੀ ਵਾਰ ਦਾ ਕਰ ਦਿੰਦੇ ਹਾਂ ਔਰ ਉਹਦੇ ਨਾਲ ਹੀ ਆਪਣੀ ਮਨ ਮਰਜ਼ੀ ਨਾਲ ਹੀ ਇਹ ਛੱਕੇ ਜਿਹੜੇ ਹਨ ਇਹ ਵੀ ਅਸੀਂ ਆਸਾ ਕੀ ਵਾਰ ਦੇ ਨਾਲ ਪੌੜੀਆਂ ਨਾਲ ਜੋੜ ਕਰਕੇ ਅਸੀਂ ਪੜ੍ਹਦੇ ਹਾਂ। ਤੋ ਇਹਦੇ 'ਚ ਕੋਈ ਵੀ ਜਿਹੜੀ ਸਾਨੂੰ ਪੰਥਕ ਇਸ ਬਾਰੇ ਸਾਨੂੰ ਕੋਈ ਇੰਸਟਰਕਸ਼ਨ ਨਹੀਂ ਹਿਦਾਇਤ ਨਹੀਂ ਹੈ ਕਿ ਅਸੀਂ ਨਾ ਸਿੱਖ ਰਹਿਤ ਮਰਿਆਦਾ ਵਿੱਚ ਕਿ ਅਸੀਂ ਇਹਨਾਂ ਨਾਲ ਛੱਕੇ ਪੜ੍ਹਨੇ ਹਨ। ਤੋ ਮੇਰੀ ਇਹ ਬੇਨਤੀ ਹੈ ਕਿ ਜਿਹੜੇ ਵੀ ਰਾਗੀ ਸਿੰਘ ਇਹਨਾਂ ਛੱਕਿਆਂ ਨੂੰ ਪੜ੍ਹਦੇ ਹਨ ਉਹਨਾਂ ਨੂੰ ਇਹਨਾਂ ਛੱਕਿਆਂ ਨੂੰ ਨਹੀਂ ਪੜ੍ਹਨਾ ਚਾਹੀਦਾ ਔਰ ਜਿਸ ਤਰ੍ਹਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਾਨੂੰ ਹਦਾਇਤ ਕੀਤੀ ਹੈ ਉਸੇ ਤਰੀਕੇ ਦੇ ਨਾਲ ਸਾਨੂੰ ਇਹ ਜਿਹੜੀਆਂ ਵਾਰਾਂ ਪੜ੍ਹਨੀਆਂ ਚਾਹੀਦੀਆਂ। ਮੈਂ ਇੱਕ ਹੋਰ ਬੇਨਤੀ ਕਰਦਿਆਂ ਕਿ ਕਈ ਵਾਰੀ ਇਹ ਸਵਾਲ ਪੁੱਛਿਆ ਜਾਂਦਾ ਹੈ ਕਿ ਜਿਹੜੀ ਆਸਾ ਕੀ ਵਾਰ ਹੈ ਉਹ ਟੁੰਡੇ ਅਸਰਾਜੇ ਕੀ ਧੁਨੀ ਦੇ ਉੱਪਰ ਗਾਈ ਜਾਂਦੀ ਹੈ। तो कई रागियां ने पूछो कहते सानू पता ही नहीं टुंडे असराजे की धुनी की है। तो एक ये भी बड़ी जिहड़ी है वो कमी है जिहड़े रागी सिंह हैं जिहड़े रागी कीर्तन सिखाउंदे हैं उन्होंने इस पासे वाल भी ध्यान देना चाहिए है कि वो रिसर्च करन लभ के लियाउण कि वो किहड़ियां धुनियां हन ते किस तरह गाईआं जांदियां हन। मैनूं ये भी पता लगा कि कुछ साडे जिहड़े पुरातन रागी सन वो इन्हां सारियां धुनियां नूं जिहड़े हन वो गा सकदे सन ਤੇ ਉਹਨਾਂ ਦਾ ਲੀਡ ਲੈ ਕਰਕੇ ਉਹਨਾਂ ਦੀਆਂ ਕੈਸਟਾਂ ਅਗਰ ਅਵੇਲੇਬਲ ਨੇ ਤਾਂ ਉਹਨਾਂ ਤੋਂ ਲੈ ਕੇ ਲੀਡ ਲੈ ਕਰਕੇ ਸਾਨੂੰ ਜਿਹੜੇ ਮੌਜੂਦਾ ਰਾਗੀ ਸਿੰਘ ਹਨ ਉਹਨਾਂ ਨੂੰ ਇਹਨਾਂ ਧੁਨੀਆਂ ਦੇ ਉੱਪਰ ਕੀਰਤਨ ਜਿਹੜਾ ਹੈ ਉਹ ਕਰਨਾ ਚਾਹੀਦਾ ਹੈ। ਆਸ ਹੈ ਆਪ ਜੀ ਨੂੰ ਜਵਾਬ ਜਿਹੜਾ ਹੈ ਉਹ ਪ੍ਰਵਾਨ ਹੋਏਗਾ। ਫਿਰ ਵੀ ਸਾਰੇ ਵਿਦਵਾਨ ਬੈਠੇ ਨੇ ਉਹਨਾਂ ਕੋਲ ਕੋਈ ਹੋਰ ਇਨਫੋਰਮੇਸ਼ਨ ਹੋਵੇ ਤੇ ਉਹ ਵੀ ਸਾਂਝੀ ਕਰਨ ਦੀ ਆਪਣੀ ਬੇਨਤੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਨੇ ਦੱਸਿਆ ਵੀ ਪੰਥਕ ਫੈਸਲਾ ਨਹੀਂ ਹੈ। ਇਹ ਸਮਝੋ ਵੀ ਕੁਝ ਚੀਜ਼ਾਂ ਐਸੀਆਂ ਹੁੰਦੀਆਂ ਸਾਧ ਸੰਗਤ ਜੀ ਜਿਹੜੀਆਂ ਅਸੀਂ
ਆਪਣੀ ਮਰਜ਼ੀ ਨਾਲ ਸ਼ੁਰੂ ਕਰਦੇ ਨੇ। ਪਰ ਇੱਕ ਗੱਲ ਦਾ ਖਿਆਲ ਰੱਖਣਾ ਚਾਹੀਦਾ, ਜਿਹੜੀਆਂ ਕੋਈ ਵੀ ਐਸਾ ਐਕਸ਼ਨ ਹੈ ਜਾਂ ਕੋਈ ਚੀਜ਼ ਅਮੈਂਡਮੈਂਟ ਹੈ ਜਿਹੜੀ ਸਾਰੇ ਪੰਥਕ ਇੰਟਰਸਟ 'ਚ ਹੈ, ਉਹਨੂੰ ਆਪਣੇ ਆਪ ਕੋਈ ਇੱਕ ਜਥਾ ਜਾਂ ਕੋਈ ਇੱਕ ਸਭਾ ਜਾਂ ਕੋਈ ਸੁਸਾਇਟੀ ਉਹਨੂੰ ਨਾ ਕਰੇ ਤੇ ਚੰਗੀ ਗੱਲ ਹੈ। ਔਰ ਜਿਤਨੇ ਇਹੋ ਜਿਹੇ ਕੋਈ ਲੋੜ ਪੈ ਜਾਂਦੀ ਕਿਸੇ ਸੰਸ਼ੋਧਨ ਦੀ, ਕਰੈਕਸ਼ਨ ਦੀ, ਅਮੈਂਡਮੈਂਟ ਦੀ, ਤਾਂ ਚਾਹੀਦਾ ਤਾਂ ਹੈ ਕਿ ਉਹਦਾ ਪ੍ਰੋਪਰ ਇੱਕ ਗੁਰਮਤਾ ਹੋਵੇ ਔਰ ਗੁਰਮਤੇ ਤੋਂ ਬਾਅਦ ਉਹਨੂੰ ਰਹਿਤ ਮਰਿਆਦਾ ਵਿੱਚ ਸ਼ਾਮਲ ਕੀਤਾ ਜਾਏ ਤੇ ਤਾਂ ਜੇ ਸਾਰੇ ਪੰਥ ਲਈ ਉਹ ਲਾਗੂ ਹੋਵੇ। ਆਪਣੀ ਮਨਮਰਜ਼ੀ ਨਾਲ ਕੋਈ ਚੀਜ਼ ਡ੍ਰੌਪ ਕਰ ਦੇਣੀ, ਕੋਈ ਐਡ ਕਰ ਦੇਣੀ, ਇਹ ਠੀਕ ਨਹੀਂ ਹੈ। ਤੇ ਇੱਕ ਗੱਲ ਦਾ ਹੋਰ ਸਾਧ ਸੰਗਤ ਜੀ ਖਿਆਲ ਆਪਾਂ ਰੱਖਣ ਦੀ ਲੋੜ ਹੈ। ਦੇਖਿਆ ਹੋਣਾ ਕਿ ਵਾਰ ਦਾ ਨਾਮ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇੰਡੈਕਸ ਵਿੱਚ ਵੀ ਹੈ, ਉਹ ਆਸਾ ਕੀ ਵਾਰ ਹੈ, ਕੱਕੇ ਨਾਲ, ਪਰੰਤੂ ਆਮ ਤੌਰ ਤੇ ਬੁਲਾਇਆ ਜਾਂਦਾ ਆਸਾ ਦੀ ਵਾਰ ਦਾ ਕੀਰਤਨ ਹੈ। ਔਰ ਕਈ ਤਾਂ ਐਸੇ ਗੁਟਕੇ ਵੀ ਨੇ ਜਿਨ੍ਹਾਂ 'ਚ ਛਪਿਆ ਵੀ ਆਸਾ ਦੀ ਵਾਰ ਹੀ ਹੋਇਆ। ਤੋ ਇਸ ਗੱਲ ਦਾ ਖਿਆਲ ਰੱਖਣਾ ਵੀ ਜੇ ਗੁਰੂ ਗ੍ਰੰਥ ਸਾਹਿਬ ਵਿੱਚ ਆਸਾ ਕੀ ਲਿਖਿਆ ਹੈ, ਅਸੀਂ ਹੁਣ ਦੀ ਕਰਤਾ, ਤੋ ਘੱਟੋ ਘੱਟ ਅਸੀਂ ਆਪ ਇਸ ਗੱਲ ਦਾ ਖਿਆਲ ਰੱਖੀਏ ਔਰ ਸਾਨੂੰ ਪਤਾ ਹੋਵੇ ਕਿ ਆਸਾ ਕੀ ਵਾਰ ਹੈ। ਤੋ ਇਹ ਇਸ ਗੱਲ ਦਾ ਖਿਆਲ ਵੀ ਰੱਖਣ ਦੀ ਲੋੜ ਹੈ। ਤੇ ਰਹਿਤ ਮਰਿਆਦਾ ਵਿੱਚ ਕਿਉਂਕਿ ਇਹਦਾ ਕੋਈ ਜ਼ਿਕਰ ਨਹੀਂ ਹੈ, ਜਿਵੇਂ ਵੀਰ ਜੀ ਨੇ ਦੱਸਿਆ, ਇਹਦਾ ਮਤਲਬ ਇਹ ਹੈ ਕਿ ਇਹ ਵੀ ਨਹੀਂ ਲਾਣਾ, ਇਹ ਵੀ ਪਤਾ ਲਾਣਾ ਮੁਸ਼ਕਲ ਹੈ ਵੀ ਕਦੋਂ ਤੋਂ ਇਹ ਰਿਵਾਜ ਜਿਹੜਾ ਸ਼ੁਰੂ ਹੋਇਆ। ਵੈਸੇ ਜਿੱਥੋਂ ਤੱਕ ਅਸੀਂ ਸੁਣਦੇ ਆਏ ਹਾਂ, ਹੁਣ ਕਾਫੀ ਸਮਾਂ ਹੋ ਗਿਆ ਵੀ ਇਹ ਪੜ੍ਹੇ ਜਾਂਦੇ ਸਨ, ਪਰ ਕਦ ਸ਼ੁਰੂ ਹੋਏ ਨੇ ਇਹਦੇ ਬਾਰੇ ਸਾਥੀ ਜਿੰਦਰ ਸਿੰਘ ਨੇ ਦੱਸਿਆ ਕਿ ਸਾਡੇ ਕੋਲ ਕੋਈ ਅਥੈਂਟਿਕ ਪੰਥਕ ਫੈਸਲਾ ਨਹੀਂ ਹੈ। ਜੇ ਚੱਲ ਵੀ ਰਿਹਾ ਤੇ ਮਨਮਰਜ਼ੀ ਨਾਲ ਚੱਲ ਰਿਹਾ, ਔਰ ਹੋਣਾ ਤਾਂ ਇਹੀ ਚਾਹੀਦਾ ਜੋ ਵੀਰ ਜੀ ਨੇ ਦੱਸਿਆ ਕਿ ਕੋਈ ਵੀ ਮਰਿਆਦਾ ਜਿਹੜੀ ਹੈ ਉਹਦੀ ਅਮੈਂਡਮੈਂਟ ਜਾਂ ਉਹਦੀ ਕੋਈ ਕਰੈਕਸ਼ਨ ਜਿਹੜੀ ਹੈ ਉਹ ਪੰਥਕ ਮਰਿਆਦਾ ਦੇ ਅਨੁਸਾਰ, ਭਾਵ ਗੁਰਮਤਿ ਅਨੁਸਾਰ ਕਰਕੇ ਤੇ ਫਿਰ ਉਹ 'ਚ ਹੋਣਾ ਚਾਹੀਦਾ। ਤੋ ਸਤਜਿੰਦਰ ਸਿੰਘ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ। ਤੋ ਸੰਗਤ ਜੀ ਜਿਹੜਾ ਅਗਲਾ ਸਵਾਲ ਹੈ ਉਹ ਹੈ ਕਿ ਪਿੱਛੇ ਜਦ ਇੱਕ ਵਿਚਾਰ ਚੱਲ ਰਹੀ ਸੀ ਤੋ ਉਹਦੇ ਜ਼ਿਕਰ ਆਇਆ ਸੀ ਗੁਰਦੁਆਰਾ ਛੋਟੀ ਸੰਗਤ ਤੇ ਬੜੀ ਸੰਗਤ। ਤਾਂ ਸੰਗਤ ਵਿੱਚੋਂ ਫਿਰ ਇਹ ਸਵਾਲ ਪੁੱਛਿਆ ਗਿਆ ਵੀ ਗੁਰਦੁਆਰਾ ਛੋਟੀ ਸੰਗਤ, ਬੜੀ ਸੰਗਤ ਜਿਹੜੀ ਹੈ ਇਹਦੇ ਬਾਰੇ ਥੋੜਾ ਵਿਸਥਾਰ ਦੱਸਿਆ ਜਾਏ ਬਈ ਇਹ ਕਿਸ ਚੀਜ਼ ਨੂੰ ਰਿਪਰੈਜ਼ੈਂਟ ਕਰਦੇ ਨੇ, ਛੋਟੀ ਸੰਗਤ ਤੇ ਬੜੀ ਸੰਗਤ। ਤੋ ਸਾਕਿਕਰ ਸਿੰਘ ਜੀ ਆਪ ਜੀ ਨੂੰ ਬੇਨਤੀ ਹੈ ਅਨਮਿਊਟ ਕਰ ਲਓ ਔਰ ਇਸ ਪ੍ਰਸ਼ਨ ਦਾ ਸਾਨੂੰ ਉੱਤਰ ਦਿਓ ਜੀ। ਸਾਕਿਕਰ ਸਿੰਘ ਜੀ। ਹਾਂਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕੀ ਫਤਿਹ ਜੀ। ਵੀਰ ਜੀ, ਜਿੱਥੋਂ ਤੱਕਰ ਨਾਂ ਦੀ ਗੱਲ ਹੈ, ਅਸੀਂ ਆਮ ਤੌਰ ਤੇ ਨਾਂ ਦੇ ਵਿੱਚ ਬੜੀ ਨਾ ਉਲਝਣ ਹੁੰਦੀ ਹੈ। ਅਸੀਂ ਨਾਂ ਤੋਂ ਪ੍ਰਭਾਵਿਤ ਹੋ ਜਾਂਦੇ ਹਾਂ। ਉਸ ਦੇ ਵਿੱਚ ਕੋਈ ਇਨਸਾਨ ਹੈ ਜਾਂ ਕੋਈ ਥਾਂ ਹੈ ਜਾਂ ਉਹਦੀ ਕੀ ਭੂਮਿਕਾ ਹੈ, ਉਹਦੀ ਕੀ ਬੈਕਗਰਾਊਂਡ ਹੈ। ਤੇ ਇਹ ਬੜਾ ਨਾ ਇੱਕ ਹਾਸੋਹੀਣੀ ਜੀ ਸਵਾਲ ਹੈ। ਮੈਂ ਇਸ ਤੋਂ ਪਹਿਲਾਂ ਕਿ ਇਸ ਸਵਾਲ ਦਾ ਉੱਤਰ ਦੇਵਾਂ ਤੇ ਗੁਰੂ ਸਾਹਿਬ ਇਸ ਦੇ ਬਾਰੇ ਕੀ ਕਹਿੰਦੇ ਆ। ਉਹਨਾਂ ਨੇ ਇੱਕ ਪੌੜੀ ਹੈ ਜੀ ਆਪਣੇ ਜਪਜੀ ਸਾਹਿਬ ਦੇ ਵਿੱਚ, ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀ ਹੈ ਨਾਲ ਚੱਲੇ ਸਭ ਕੋਏ, ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੈ, ਜੇ ਤਿਸ ਨਜ਼ਰ ਨਾ ਆਵੀ ਤਾਂ ਬਾਤ ਨਾ ਪੁੱਛੇ। ਕਿ ਗੁਰੂ ਸਾਹਿਬ ਕਹਿੰਦੇ ਭਾਈ ਨਾਂ ਦੇ ਵਿੱਚ ਕੀ ਪਿਆ, ਨਾਂ ਚੰਗਾ ਜਿੰਨਾ ਮਰਜ਼ੀ ਹੋਵੇ, ਸਾਰੀ ਦੁਨੀਆ ਦੇ ਵਿੱਚ ਉਹਦੀ ਵਡਿਆਈ ਵੀ ਹੁੰਦੀ ਹੋਵੇ, ਜਸ ਕੀਰਤ ਵੀ ਹੋਵੇ, ਪਰ ਜੇ ਮਾਲਕ ਦੀ ਕਿਰਪਾ ਨਹੀਂ ਹੋਈ ਤਾਂ ਉਹਦਾ ਕੋਈ ਚੰਗੇ ਨਾਂ ਦਾ ਲਾਭ ਨਹੀਂ ਹੈ। ਹੁਣ ਛੋਟੀ ਸੰਗਤ ਜਾਂ ਵੱਡੀ ਸੰਗਤ, ਇਹ ਕਿਵੇਂ ਨਾਂ ਪਏ, ਇਹਨਾਂ ਦਾ ਕੀ ਪਿਛੋਕੜ ਹੈ, ਕੀ ਇਤਿਹਾਸ ਹੈ। ਮੈਂ ਤਕਰੀਬਨ ਨੀਅਰ ਅਬਾਊਟ 40 ਸਾਲ ਬਠਿੰਡੇ ਦੇ ਵਿੱਚ ਰਿਹਾ। ਪਹਿਲਾਂ ਮੈਂ ਤੁਹਾਨੂੰ ਆਲੇ ਦੁਆਲੇ ਦਾ ਬਠਿੰਡੇ ਦਾ ਇਤਿਹਾਸ ਦੱਸਦਾ ਜੀ। ਵੀ ਉੱਥੇ ਬਠਿੰਡਾ ਨਾਨਕਵਾੜੀ ਬਣਿਆ ਜੀ। ਇਹ ਮੇਰੇ ਦੇਖਣ ਦੇ ਵਿੱਚ ਹੀ 8-10 ਸਾਲਾਂ ਤੋਂ ਬਣਿਆ ਗੁਰਦੁਆਰਾ ਬਠਿੰਡਾ ਦੇ ਵਿੱਚ। ਉਹਦਾ ਕੋਈ ਪਿਛੋਕੜ ਨਹੀਂ ਨਾਨਕ ਦੇ, ਗੁਰੂ ਨਾਨਕ ਦੇਵ ਜੀ ਦੇ ਇਤਿਹਾਸ ਨਾਲ। ਨਾ ਗੁਰੂ ਨਾਨਕ ਦੇਵ ਜੀ ਬਠਿੰਡੇ ਆਏ ਹੈ ਤੇ ਉਹ ਹੁਣੇ ਬਣਿਆ 8-10 ਸਾਲਾਂ ਤੋਂ। ਤੇ ਉਹਦਾ ਨਾਂ ਰੱਖਿਆ ਗਿਆ ਜੀ ਗੁਰਦੁਆਰਾ ਸਾਹਿਬ ਨਾਨਕਵਾੜੀ। ਅੱਗੇ ਹੈ ਜੀ ਗੁਰਦੁਆਰਾ ਇੱਕ ਭਾਈ ਮਤੀਦਾਸ ਨਗਰ, ਗੁਰਦੁਆਰਾ ਭਾਈ ਮਤੀਦਾਸ ਨਗਰ, ਜਿਹਦਾ ਕਿ ਇਤਿਹਾਸ ਨਾਲ ਕੋਈ ਸੰਬੰਧ ਨਹੀਂ ਹੈ ਜੀ। ਇਸੇ ਤਰ੍ਹਾਂ ਹੀ ਗੁਰਦੁਆਰਾ ਭਾਈ ਲਾਲੋ ਜੀ, ਭਾਈ ਲਾਲੋ ਨਾਲ ਉਹਦਾ ਇਤਿਹਾਸਕ ਕੋਈ ਸੰਬੰਧ ਨਹੀਂ ਹੈ ਜੀ।
ਤੇ ਇਹ ਗੁਰਦੁਆਰਾ ਭਾਈ ਲਾਲੋ ਦੇ ਵਿੱਚ ਹੀ ਵਿਸ਼ਵਕਰਮਾ ਭਵਨ ਵੀ ਬਣਿਆ ਹੈ ਜੀ, ਜਿਹਦਾ ਵਿਸ਼ਵਕਰਮਾ ਨਾਲ ਕੋਈ ਸੰਬੰਧ ਨਹੀਂ ਹੈ। ਇਸ ਤੋਂ ਇਲਾਵਾ ਇੱਕ ਨਾਮਦੇਵ ਭਵਨ ਵੀ ਬਣਿਆ ਹੋਇਆ ਹੈ, ਜਿਹਦਾ ਨਾਮਦੇਵ ਨਾਲ ਕੋਈ ਸੰਬੰਧ ਨਹੀਂ ਹੈ। ਕਿਲ੍ਹਾ ਮੁਬਾਰਕ ਦਾ ਜਦੋਂ ਇਤਿਹਾਸ ਪੜ੍ਹਦੇ ਹਾਂ, ਵੀਰ ਜੀ ਆਵਾਜ਼ ਆ ਰਹੀ ਹੈ ਜੀ? ਹਾਂਜੀ ਠੀਕ ਹੈ ਜੀ, ਹਾਂਜੀ। ਆ ਰਹੀ ਹੈ। ਜਦੋਂ ਤੁਸੀਂ ਕਿਤੇ ਬਾਈ ਚਾਂਸ ਤੁਹਾਡਾ ਸਬੱਬ ਬਣੇ ਤੇ ਬਠਿੰਡਾ ਕਿਲ੍ਹਾ ਮੁਬਾਰਕ ਇਤਿਹਾਸਕ ਗੁਰਦੁਆਰਾ ਹੈ, ਉੱਥੇ ਇੱਕ ਬੋਰਡ ਲੱਗਿਆ ਹੈਗਾ ਜੀ, ਤੇ ਉਹ ਵੀ ਪੜ੍ਹਨ ਵਾਲਾ ਬੜਾ ਰੌਚਕ ਹੈ। ਉੱਥੇ 10ਵੇਂ ਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਏ, ਉੱਥੋਂ ਦੀਆਂ ਸੰਗਤਾਂ ਗੁਰੂ ਸਾਹਿਬ ਦੇ ਕੋਲ ਗਈਆਂ, ਬੇਨਤੀ ਕੀਤੀ, ਅਰਜ਼ ਕੀਤੀ ਕਿ ਇੱਥੇ ਇੱਕ ਜੀ ਜਿਹੜਾ ਦੇਵ ਜਿੰਨ ਰਹਿੰਦਾ ਹੈ, ਸਾਨੂੰ ਬੜਾ ਤੰਗ ਕਰਦਾ ਹੈ, ਪਰੇਸ਼ਾਨ ਕਰਦਾ ਹੈ। ਇਹ ਬਕਾਇਦਾ ਉਸ ਇਤਿਹਾਸਕ ਬੋਰਡ ਦੇ ਉੱਤੇ ਲਿਖਿਆ ਹੋਇਆ ਗੁਰਦੁਆਰੇ ਦੇ ਇਤਿਹਾਸ ਦੇ ਉੱਤੇ। ਤੇ ਸੰਗਤਾਂ ਕਹਿੰਦੀਆਂ ਜੀ ਸਾਨੂੰ ਬੜਾ ਤੰਗ ਕਰਦਾ, ਪਰੇਸ਼ਾਨ ਕਰਦਾ ਹੈ, ਤੇ ਸਾਡਾ ਖਹਿੜਾ ਛੁਡਾਓ। ਗੁਰੂ ਸਾਹਿਬ ਨੇ ਉਹਨੂੰ ਬੁਲਾਇਆ, ਜਿਹੜਾ ਉੱਥੇ ਆਪਣਾ ਜਿੰਨ ਪ੍ਰੇਤ ਰਹਿੰਦਾ ਸੀਗਾ, ਉਹ ਪੇਸ਼ ਹੋਇਆ ਤੇ ਕਹਿੰਦਾ ਜੀ ਮੈਨੂੰ ਕੋਈ ਦਾਨ ਦਕਸ਼ਨਾ ਦਿਓ, ਭਾਵ ਮੈਨੂੰ ਕੋਈ ਕੁਰਬਾਨੀ ਚਾਹੀਦੀ ਹੈ, ਬਲੀ ਚਾਹੀਦੀ ਹੈ। ਤੇ ਗੁਰੂ ਸਾਹਿਬ ਨੇ ਫਿਰ ਸਿੰਘਾਂ ਨੂੰ ਆਦੇਸ਼ ਦਿੱਤਾ, ਹੁਕਮ ਕੀਤਾ ਵੀ ਕੋਈ ਝੋਟਾ ਲਿਆਓ ਲੱਭ ਕੇ, ਜਿਹਨੂੰ ਅਸੀਂ ਸਾਣ ਵੀ ਕਹਿ ਦਿੰਦੇ ਹਾਂ, ਉਹ ਝੋਟਾ ਲੱਭ ਕੇ ਲਿਆਓ ਜੀ। ਤੇ ਸਿੰਘ ਗਏ, ਉੱਥੇ ਨੇੜੇ ਪਿੰਡ 'ਚ ਛੱਪੜ ਦੇ ਵਿੱਚ ਝੋਟਾ ਬੈਠਾ ਸੀ, ਤੇ ਸਿੰਘਾਂ ਨੇ ਆਵਾਜ਼ ਮਾਰੀ, ਚੱਲ ਭਾਈ ਤੈਨੂੰ ਗੁਰੂ ਸਾਹਿਬ ਨੇ ਯਾਦ ਕੀਤਾ। ਤੇ ਝੋਟਾ ਉੱਠ ਕੇ ਸਿੰਘਾਂ ਦੇ ਮੂਹਰੇ ਲੱਗ ਗਿਆ, ਝੋਟਾ ਲੈ ਜੀ, ਉਹਦੀ ਬਲੀ ਦੇਤੀ, ਤੇ ਉਹ ਜਿਹੜਾ ਜਿੰਨ ਸੀ ਉਹ ਉੱਥੋਂ ਚਲਾ ਗਿਆ। ਇਹ ਗੁਰਦੁਆਰੇ ਦਾ ਇਤਿਹਾਸ ਬਕਾਇਦਾ ਬੋਰਡ ਤੇ ਸ਼੍ਰੋਮਣੀ ਕਮੇਟੀ ਦੇ ਅਧੀਨ ਹੈ ਜੀ, ਇਹ ਲਿਖਿਆ ਹੋਇਆ। ਬੜੀ ਹਾਸੋਹੀਣੀ ਗੱਲ ਹੈ ਵੀ ਗੁਰੂ ਸਾਹਿਬ ਖੁਦ ਜਾਨਵਰਾਂ ਦੀ ਬਲੀ ਦਿੰਦੇ ਰਹੇ ਆ। ਇਹ ਤਾਂ ਮੇਰੇ ਮਤਲਬ ਜਿੱਥੇ ਮੈਂ 40 ਸਾਲ ਬਤੀਤ ਕੀਤੇ, ਉੱਥੋਂ ਦੇ ਮੈਂ ਤੁਹਾਨੂੰ ਸੁਣਾ ਰਿਹਾ ਜੀ। ਉੱਥੇ ਨੇੜੇ ਹੀ ਇੱਕ ਕੋਟ ਸ਼ਮੀਰ ਹੈ ਜੀ, ਗੁਰਦੁਆਰਾ ਤਿੱਤਰਸਰ। ਤੇ ਜਦੋਂ ਉਹਨੂੰ ਪੁੱਛੀਏ ਵੀ ਇਹਦਾ ਕੀ ਇਤਿਹਾਸ ਹੈ ਜੀ, ਗੁਰੂ ਸਾਹਿਬ ਨੇ ਤਿੱਤਰ ਮਾਰ ਕੇ ਤੇ ਜਿਹੜੀ ਉਹਦੀ ਨਾ ਮਤਲਬ ਮੁਕਤੀ ਕੀਤੀ ਸੀ। ਇਹਦਾ ਮਤਲਬ ਗੁਰੂ ਸਾਹਿਬ ਜਾਨਵਰਾਂ ਦੀ ਵੀ ਮੁਕਤੀ ਕਰਦੇ ਰਹੇ ਆ, ਤੇ ਕੀ ਉਹ ਤਿੱਤਰ ਪਾਪੀ ਸੀਗਾ ਵੀ ਉਹਦਾ ਛੁਟਕਾਰਾ ਕਰਾਉਣਾ ਜ਼ਰੂਰੀ ਸੀ। ਇਸ ਤੋਂ ਇਲਾਵਾ ਸਾਡੇ ਪਿੰਡ ਗੁਰਦੁਆਰਾ ਬਣਿਆ ਜੀ ਹੁਣੇ 8-10 ਸਾਲ ਹੋ ਗਏ, ਤੇ ਉਹਦਾ ਨਾਂ ਰੱਖਿਆ ਜੀ ਗੁਰਦੁਆਰਾ ਗੁਰੂਸਰ ਸਾਹਿਬ। ਵੀ ਨਾਂ ਕਿਵੇਂ ਪੈਂਦੇ ਆ? ਹੁਣ ਨਿਹੰਗ ਸਿੰਘਾਂ ਦੇ ਕਿਤੇ ਇੱਕੋ ਹੀ ਜਥੇਬੰਦੀ ਸੀਗੀ। ਜਦੋਂ ਅਸੀਂ ਪੰਜਾਬ ਦੇ ਵਿੱਚ ਦੇਖਦੇ ਹਾਂ ਤਾਂ ਇਹ ਜੀ ਨਿਹੰਗ ਸਿੰਘ ਬਾਬਾ ਬਲਵੀਰ ਸਿੰਘ ਦਲ, ਇਹ ਜੀ ਨਿਹੰਗ ਸਿੰਘ ਬਾਬਾ ਸੁਰਜੀਤ ਸਿੰਘ ਦਲ ਹੈ ਜੀ, ਇਹ ਹਰੀਆਂ ਬੇਲਾਂ ਵਾਲੇ ਆ ਜੀ, ਇਹ ਵਿਧੀ ਚੰਦੀਏ ਹੈ ਜੀ, ਇਹ ਫਲਾਣੇ ਹੈ ਜੀ। ਮਤਲਬ ਦਲਦਾਲੀ ਹੋਈ ਪਈ ਆ। ਇਵੇਂ ਸਾਡੇ ਸ਼੍ਰੋਮਣੀ ਅਕਾਲੀ ਦਲ ਦੀ ਹੋਈ ਪਈ ਆ ਦਲ, ਪਤਾ ਨਹੀਂ ਕਿੰਨੇ ਦਲ ਬਣ ਗਏ। ਇਹ ਤਾਂ ਮੈਂ ਤੁਹਾਨੂੰ ਦੱਸਦਾ ਵੀ ਨਾਂ ਕਿਵੇਂ ਬਣਦੇ ਆ, ਵੀ ਵੱਡੀ ਸੰਗਤ ਤੇ ਛੋਟੀ ਸੰਗਤ ਕਿਵੇਂ ਬਣਦੀ ਆ। ਕਿਸੇ ਸਮੇਂ ਸਾਡੀ ਇੱਕੋ ਟਕਸਾਲ ਸੀਗੀ, ਅੱਜ 3 ਟਕਸਾਲਾਂ ਹੋਈਆਂ ਪਈਆਂ ਜੀ। ਇਹ ਟਕਸਾਲ ਬਾਬਾ ਹਰਨਾਮ ਸਿੰਘ ਧੁੰਮਾ ਜੀ, ਇਹ ਟਕਸਾਲ ਬਾਬਾ ਅਮਰੀਕ ਸਿੰਘ ਜੀ, ਇਹ ਟਕਸਾਲ ਆਪਣਾ ਗਿਆਨੀ ਰਾਮ ਸਿੰਘ ਜੀ। ਸੋ ਇਹ ਟਕਸਾਲਾਂ ਹੁਣ ਬਣ ਗਈਆਂ, ਕੱਲ ਨੂੰ ਇਹੀ ਇਤਿਹਾਸ ਬਣ ਜਾਣਾ ਜੀ। ਹੋਰ 20-25-100 ਸਾਲ ਨੂੰ ਇਹੀ ਇਤਿਹਾਸ ਬਣ ਜਾਣਾ। ਇਸੇ ਤਰ੍ਹਾਂ ਹੀ ਹੋਰ ਜਥੇਬੰਦੀਆਂ ਵੀ ਬਥੇਰੀਆਂ, ਜਿਨ੍ਹਾਂ ਦੇ ਵਿੱਚ ਕੁਝ ਸਮਾਂ ਪਹਿਲਾਂ ਜਦੋਂ ਜਥੇਦਾਰ ਬਲਵੰਤ ਸਿੰਘ ਆਨੰਦਗੜ੍ਹ ਸੀਗੇ, ਉਹਨਾਂ ਨੇ ਇੱਕ ਜਥੇਬੰਦੀ ਬਣਾਈ ਸੀ, ਏਕ ਨੂਰ ਖਾਲਸਾ ਫੌਜ, ਤੇ ਉਹਨੂੰ ਜਥੇਬੰਦੀ ਵੀ ਕਹਿ ਦਿੰਦੇ ਸੀ। ਜਦੋਂ ਜਥੇਦਾਰ ਨੂੰ ਆਪਣਾ ਤਲਵੰਡੀ ਸਾਬੋ ਦਾ ਜੋ ਤਖਤ ਹੈ ਉਹਦੇ ਉੱਤੋਂ ਹਟਾ ਦਿੱਤਾ ਗਿਆ, ਤੇ ਜਿਹੜਾ ਉੱਥੋਂ ਦਾ ਪ੍ਰਧਾਨ ਸੀਗਾ ਜਥੇਬੰਦੀ ਦਾ, ਉਹ ਬਾਗੀ ਹੋ ਗਿਆ ਜਥੇਦਾਰ ਤੋਂ। ਫਿਰ ਜਥੇਦਾਰ ਨੂੰ ਇੱਕ ਹੋਰ ਨਵੀਂ ਜਥੇਬੰਦੀ ਮੂਹਰੇ ਨਿਊ ਲਾ ਲਿਆ, ਨਿਊ ਏਕ ਨੂਰ ਖਾਲਸਾ, ਭਾਵ 2 ਹੋ ਗਈਆਂ ਇੱਕ ਤੋਂ। ਸੋ ਮੇਰਾ ਕਹਿਣ ਤੋਂ ਭਾਵ ਹੈ ਵੀ ਕਿਉਂਕਿ ਇਹ ਜਿਹੜੇ ਗੁਰਦੁਆਰੇ ਬਹੁਤੇ ਇੱਧਰ ਦੱਖਣ ਦੇ ਵਿੱਚ ਹੋਣੇ ਆ, ਛੋਟੀ ਸੰਗਤ ਵੱਡੀ ਸੰਗਤ, ਤੇ ਸਾਡੇ ਇੱਕ ਗੁਰੂ ਕੀ ਸੰਗਤ ਹੈ ਬਠਿੰਡੇ ਦੇ ਵਿੱਚ, ਜਿਨ੍ਹਾਂ ਕੋਲੇ ਕੋਈ ਗੁਰਦੁਆਰਾ ਨਹੀਂ ਹੈ। ਬਸ ਉਹਨਾਂ ਦਾ ਕੰਮ ਕੀ ਹੈ ਜੀ, ਘਰਾਂ ਦੇ ਵਿੱਚ ਸਹਿਜ ਪਾਠ ਕਰਨੇ, ਘਰਾਂ ਦੇ ਵਿੱਚ ਸੁਖਮਨੀ ਸਾਹਿਬ ਦੇ ਪਾਠ ਕਰਨੇ। ਉਹ ਇੱਕ ਵੀਰ ਨੇ ਘਰੇ ਗੁਰੂ ਗ੍ਰੰਥ ਸਾਹਿਬ ਰੱਖਿਆ ਹੋਇਆ, ਉਹ ਆਪਣੇ ਘਰੋਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲੈ ਆਉਂਦਾ ਤੇ ਸੁਖਮਨੀ ਸਾਹਿਬ ਦੇ ਪਾਠ ਕਰਕੇ ਲੋਕਾਂ ਦੇ ਘਰਾਂ ਵਿੱਚ ਪ੍ਰਚਾਰ ਕਰਦੇ ਆ, ਤੇ ਉਹ ਖੂਨਦਾਨ ਕੈਂਪ ਵੀ ਲਾਉਂਦੇ ਆ ਤੇ ਗਰੀਬਾਂ ਦੀ ਮਦਦ ਵੀ ਕਰਦੇ ਆ, ਪਰ ਉਹਦਾ ਪਿਛੋਕੜ ਕੋਈ ਕਿਸੇ ਗੁਰੂ ਨਾਲ ਹੈ ਨਹੀਂ ਗਾ। ਇਸ ਤਰ੍ਹਾਂ ਹੀ ਉਹ ਇੱਕ ਸਕੂਲ ਵੀ ਚਲਾਉਂਦੇ ਆ, ਉਹ ਸਕੂਲ ਦਾ ਨਾਮ ਮਾਤਾ ਸਾਹਿਬ ਕੌਰ ਹੈ, ਜਦੋਂ ਕਿ ਉਹ ਸਕੂਲ ਦਾ ਇਤਿਹਾਸ ਮਾਤਾ ਸਾਹਿਬ ਕੌਰ ਨਾਲ ਕੋਈ ਰਿਲੇਟਡ ਨਹੀਂ ਹੈਗਾ। ਇਸ ਕਰਕੇ ਜੇ ਅਸੀਂ ਪਿਛੋਕੜ ਦੇਖੀਏ ਵੀ ਗੁਰੂ ਕੀ ਸੰਗਤ ਤੇ ਜਾਂ ਛੋਟੀ ਸੰਗਤ ਵੱਡੀ ਸੰਗਤ, ਇਹ ਆਮ ਤੌਰ ਤੇ 2 ਕਾਰਨ ਹੀ ਹੁੰਦੇ ਆ, ਜਿੱਥੋਂ ਤੱਕ ਮੈਂ ਸਮਝਦਾ
ਵੀ ਜਾਂ ਤਾਂ ਲੋੜ ਹੁੰਦੀ ਹੈ, ਜਿਵੇਂ ਜਿਵੇਂ ਆਬਾਦੀ ਵੱਧਦੀ ਹੈ ਤੇ ਸਾਨੂੰ ਲੋੜ ਹੁੰਦੀ ਹੈ ਨਵਾਂ ਗੁਰਦੁਆਰਾ ਬਣਾਉਣ ਦੀ, ਕੋਈ ਨਵੇਂ ਜਥੇਬੰਦੀ ਬਣਾਉਣ ਦੀ, ਤੇ ਜਾਂ ਫਿਰ ਉਹ ਸਾਡੀ ਹਉਮੈ ਹੁੰਦੀ ਹੈ ਵੀ ਮੈਂ ਤਾਂ ਪ੍ਰਧਾਨ ਰਹਿਣਾ ਹੀ ਰਹਿਣਾ, ਭਾਵੇਂ ਮੈਨੂੰ ਹੋਰ ਜਥੇਬੰਦੀ ਬਣਾਉਣੀ ਪਵੇ। ਤੇ ਉਹ ਪਹਿਲਾਂ ਇੱਕ ਸੰਗਤ ਸੀਗੀ, ਫਿਰ ਦੂਜੇ ਨੇ ਆਪਣੀ ਹੋਰ ਸੰਗਤ ਬਣਾ ਲਈ, ਕਿਸੇ ਨੇ ਵੱਡਾ ਨਾਂ ਦਿੱਤਾ ਤੇ ਕਿਸੇ ਨੇ ਛੋਟਾ ਨਾਂ ਦਿੱਤਾ। ਮੇਰਾ ਖਿਆਲ ਤਾਂ ਵੀ ਹੋਰ ਵੀ ਬਥੇਰੇ ਆ ਜੀ। ਤੁਸੀਂ ਫਰੀਦਕੋਟ ਜਾਓ, ਉੱਥੇ ਇੱਕ ਬਾਬਾ ਫਰੀਦ ਦਾ ਹੋਰ ਗੁਰਦੁਆਰਾ ਬਣ ਗਿਆ, ਪਹਿਲਾਂ ਇੱਕੋ ਹੀ ਸੀ, ਹੁਣ 2 ਬਣ ਗਏ ਜੀ, ਜਿਹਦਾ ਕਿ ਦੂਜੇ ਗੁਰਦੁਆਰੇ ਦਾ ਕੋਈ ਇਤਿਹਾਸ ਹੀ ਨਹੀਂ ਬਾਬਾ ਫਰੀਦ ਜੀ ਨਾਲ। ਇਸੇ ਤਰ੍ਹਾਂ ਹੀ ਹੋਰ ਸ਼ਹਿਰਾਂ ਦੇ ਵਿੱਚ ਗੁਰੂਆਂ ਦੇ ਨਾਮ ਤੇ ਅਨੇਕਾਂ ਗੁਰਦੁਆਰੇ, ਅਨੇਕਾਂ ਧਰਮ ਸਥਾਨ ਬਣਾਏ ਹੈ, ਜਿਨ੍ਹਾਂ ਦਾ ਗੁਰੂ ਇਤਿਹਾਸ ਨਾਲ ਕੋਈ ਸੰਬੰਧ ਹੀ ਨਹੀਂ ਜੁੜਦਾ ਹੈਗਾ, ਤੇ ਨਾ ਹੀ ਗੁਰੂ ਸਾਹਿਬ ਉੱਥੇ ਗਏ ਹੈ। ਇਸ ਕਰਕੇ ਹੁਣ ਦੱਖਣ ਦੇ ਵਿੱਚ ਇਹ ਪੜਚੋਲ ਕਰਨੀ ਵੀ ਗੁਰੂਆਂ ਨਾਲ ਉਹਨਾਂ ਦਾ ਕੋਈ ਸੰਬੰਧ ਸੀ, ਛੋਟੀ ਸੰਗਤ ਦਾ ਜਾਂ ਵੱਡੀ ਸੰਗਤ ਦਾ, ਉਹ ਕਿਵੇਂ ਬਣੀਆਂ, ਕੋਈ ਉਹਨਾਂ ਦੀ ਬੁਨਿਆਦੀ ਲੋੜ ਸੀ ਜਾਂ ਸਿਰਫ ਹਉਮੈ ਕਰਕੇ ਬਣਾਈਆਂ ਗਈਆਂ ਵੀ ਮੈਂ ਤਾਂ ਪ੍ਰਧਾਨ ਰਹਿਣਾ ਹੀ ਰਹਿਣਾ। ਤੇ ਇਸ ਕਰਕੇ ਇਹ ਬੜਾ ਇੱਕ ਮਤਲਬ ਉਲਝਣ ਜਿਹੇ ਵਾਲਾ ਕੰਮ ਹੈ, ਤੇ ਇਹਦੇ ਬਾਰੇ ਕੋਈ ਮੈਨੂੰ ਜਾਣਕਾਰੀ ਵੀ ਨਹੀਂ, ਕਿਉਂਕਿ ਮੈਂ ਸਾਊਥ ਦੇ ਵਿੱਚ ਕੋਈ ਗਿਆ ਵੀ ਨਹੀਂ, ਤੇ ਮੈਂ ਜਿੰਨਾ ਕੁ ਖੋਜਿਆ ਮੈਨੂੰ ਕੋਈ ਇਹਦੇ ਬਾਰੇ ਜਾਣਕਾਰੀ ਵੀ ਨਹੀਂ ਮਿਲੀ, ਛੋਟੀ ਸੰਗਤ ਵੱਡੀ ਸੰਗਤ ਕੀ ਹੈ। ਤੇ ਮੈਂ ਬਠਿੰਡੇ ਦੇ ਆਲੇ ਦੁਆਲੇ ਹੋਰ ਇੱਧਰ ਪੰਜਾਬ 'ਚ ਦੇਖਿਆ ਵੀ ਜਿਹੜੀਆਂ ਜਥੇਬੰਦੀਆਂ 1 ਤੋਂ 2, 2 ਤੋਂ 3 ਬਣਦੀਆਂ, ਉਹ ਇੱਦਾਂ ਹੀ ਬਣਦੀਆਂ, ਜਾਂ ਤਾਂ ਬੁਨਿਆਦੀ ਲੋੜ ਹੁੰਦੀ ਹੈ, ਕਈ ਵਾਰੀ ਜਿਵੇਂ ਆਬਾਦੀ ਵੱਧ ਜਾਂਦੀ ਹੈ, ਅਸੀਂ 1 ਤੋਂ 2 ਗੁਰਦੁਆਰੇ ਬਣਾ ਲਏ ਤੇ ਜਥੇਬੰਦੀਆਂ 2 2 3 3 ਬਣਾ ਲਈਆਂ, ਜਾਂ ਫਿਰ ਉਹ ਸਾਡੀ ਹਉਮੈ ਦਾ ਪ੍ਰਤੀਕ ਹੈ ਜੀ। ਭੁੱਲ ਚੁੱਕ ਲਈ ਖਿਮਾ ਦਾ ਜਾਚਕਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਫਤਿਹ। ਕੀ ਫਤਿਹ। ਵੀਰ ਜੀ ਨੇ ਬੜੇ ਵਿਸਥਾਰ ਸਹਿਤ ਤੇ ਕਈ ਕੁਝ ਸਾਨੂੰ ਦੱਸਿਆ, ਪਰ ਕਈ ਚੀਜ਼ਾਂ ਬੜੀਆਂ ਹੈਰਾਨੀਜਨਕ ਨੇ ਕਿ ਜਿਵੇਂ ਉਹਨਾਂ ਨੇ ਦੱਸਿਆ ਕਿ SGPC ਦੇ ਮਤਹਿਤ ਗੁਰਦੁਆਰਾ ਜਿਹੜਾ ਹੈ, ਉੱਥੇ ਵੀ ਇਹੋ ਜਿਹਾ ਇੱਕ ਸੋ ਕਾਲ ਉਹ ਇਤਿਹਾਸ ਤੇ ਨਹੀਂ ਹੈਗਾ, ਇਹ ਗੱਲ ਬਣਾ ਕੇ ਲਿਖੀ ਹੈ। ਜੇ ਐਸੀ ਗੱਲ ਹੈ ਤੇ ਵਾਕਈ ਇਹ ਤਾਂ ਬਹੁਤ ਹੀ ਜ਼ਿਆਦਾ ਮਤਲਬ ਮਾੜੀ ਗੱਲ ਹੈ। ਔਰ ਅਸਲ ਗੱਲ ਇਹ ਆ ਵੀ ਦੇਖੋ, ਜੇ ਗੁਰਬਾਣੀ ਦੀ ਸਾਨੂੰ ਸਮਝ ਆਵੇ ਤਾਂ ਲੋੜ ਤਾਂ ਹੈ ਗੁਰਬਾਣੀ ਨਾਲ ਜੁੜਨ ਦੀ। ਜਿਵੇਂ ਵੀਰ ਜੀ ਦੱਸਿਆ, ਨਾਵਾਂ ਨਾਲ ਕੋਈ ਮਤਲਬ ਨਹੀਂ, ਨਾ ਕੁਝ ਵੀ ਹੋਵੇ। ਜਿਵੇਂ ਪਿੱਛੇ ਜੇ ਇਤਿਹਾਸਕ ਗੁਰਦੁਆਰਿਆਂ ਬਾਰੇ ਸਾਨੂੰ ਜਾਣਕਾਰੀ ਸਾਹਿਬ ਪ੍ਰਭ ਕੀਰਤਨ ਸਿੰਘ ਜੀ ਨੇ ਦਿੱਤੀ ਸੀ, ਇਤਿਹਾਸਕ ਪਿਛੋਕੜ ਵਾਲੇ ਜਿਹੜੇ ਅਸਥਾਨ ਹੈ ਉਹ ਤਾਂ ਠੀਕ ਹੈ, ਉੱਥੋਂ ਸਾਨੂੰ ਇਤਿਹਾਸ ਦੀ ਗਵਾਹੀ ਮਿਲਦੀ ਹੈ, ਉਹ ਸਾਡੇ ਇਤਿਹਾਸ ਨੂੰ ਕਾਇਮ ਰੱਖਦੇ ਨੇ। ਪਰੰਤੂ ਉਸ ਤੋਂ ਇਲਾਵਾ ਜਿਤਨੇ ਵੀ ਗੁਰਦੁਆਰੇ ਨੇ ਉਹ ਗੁਰਦੁਆਰਾ ਸਾਹਿਬ ਹੈ, ਨਾਂ ਵਿੱਚ ਕੀ ਪਿਆ, ਪਰ ਹੈ ਐਸਾ ਹੈ ਕਿ ਇਹਨੂੰ ਮਤਲਬ ਹੈ ਵੀ ਸਾਡੇ ਸਾਈਕੀ ਇਹੋ ਜਿਹੀ ਬਣ ਗਈ ਹੈ ਕਿ ਇੱਕ ਇੱਕ ਸ਼ਹਿਰ ਵਿੱਚ ਪਿੱਛੇ ਵੀਰ ਜੀ ਦੱਸਦੇ ਸਨ ਕਿ ਇੱਕੋ ਇੱਕ ਸ਼ਹਿਰ 'ਚ 5 ਗੁਰਦੁਆਰੇ ਦੇ ਨਾਂ ਹੈ ਦੁੱਖ ਨਿਵਾਰਨ। ਹਾਲਾਂਕਿ ਤੁਸੀਂ ਇਹ ਦੱਸੋ ਵੀ ਕਿਸੇ ਗੁਰਦੁਆਰੇ ਚਲੇ ਜਾਈਏ, ਸਾਡਾ ਦੁੱਖ ਤੇ ਨਿਵਾਰਨ ਹੋਣਾ ਹੀ ਹੋਣਾ, ਕਿਸੇ ਇੱਕ ਖਾਸ ਗੁਰਦੁਆਰੇ 'ਚ ਨਹੀਂ ਦੁੱਖ ਨਿਵਾਰਨ ਹੁੰਦਾ, ਦੂਜੇ 'ਚ ਨਹੀਂ ਹੁੰਦਾ। ਇਹ ਤੇ ਅਸੀਂ ਕੁਝ ਚੀਜ਼ਾਂ ਅਸੀਂ ਅਨੁਮਤੀਆਂ ਦੇ ਨਕਲਾਂ ਤੋਂ ਬਣਾਈਆਂ ਨੇ, ਕੁਝ ਜਿਹੜੀਆਂ ਨੇ ਅਸੀਂ ਆਪਣੀ, ਮੈਂ ਸਮਝਾਂਗਾ ਵੀ ਉਹ ਹੂੜਮੱਤੀ ਆ ਜਾਂ ਉਹਦੇ ਕਰਕੇ ਅਸੀਂ ਐਵੇਂ ਨਾਂ ਰੱਖੀ ਜਾ ਰਹੇ, ਕਰੀ ਜਾ ਰਹੇ ਹਾਂ। ਲੋੜ ਤੇ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ, ਉਹ ਰਹਿਤ ਮਰਿਆਦਾ ਅਨੁਸਾਰ ਉਹ ਗੁਰਦੁਆਰਾ ਸਾਹਿਬ ਦੀਆਂ ਜ਼ਰੂਰੀਆਤ ਦੇ ਉੱਥੇ ਹੋਣੀਆਂ ਨੇ, ਤਾਂ ਉਹ ਗੁਰਦੁਆਰਾ ਨਾ ਗੁਰਦੁਆਰਾ। ਹਾਂ, ਸਿੰਘ ਸਭਾ ਲਹਿਰ ਇੱਕ ਲਹਿਰ ਚੱਲੀ ਸੀ ਤੇ ਗੁਰਦੁਆਰਾ ਸਾਹਿਬ ਦਾ ਨਾਮ ਹੁੰਦਾ ਸੀ ਸਿੰਘ ਸਭਾ। ਬਾਅਦ ਵਿੱਚ ਉਹਦੇ ਅੱਗੇ ਨਾਂ ਗੁਰਦੁਆਰਾ ਗੁਰੂ ਜੋੜਤਾ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਕਰਤਾ। ਹਾਲਾਂਕਿ ਨਾਮ ਓਰੀਜਨਲ ਸਿੰਘ ਸਭਾ ਸੀ ਤੇ ਗੁਰਦੁਆਰੇ ਬਾਅਦ ਸਿੰਘ ਸਭਾ ਗੁਰਦੁਆਰਾ, ਤੇ ਤਾਂ ਜੇ ਜਿਹੜੇ ਕਿ ਬਕਾਇਦਾ ਉਹ ਮਰਿਆਦਾ ਨੂੰ ਲਾਗੂ ਕਰਦੇ ਸਨ। ਲੋੜ ਹੈ ਕਿ ਅਸੀਂ ਗੁਰਦੁਆਰਾ ਸਾਹਿਬਾਨ ਵਿੱਚ ਜਿਹੜੀ ਪੰਥਕ ਮਰਿਆਦਾ, ਪ੍ਰਵਾਨਿਤ ਮਰਿਆਦਾ ਹੈ, ਉਹ ਲਾਗੂ ਕੀਤੀ ਜਾਏ ਤੇ ਉਹਦੇ ਬਾਰੇ ਜ਼ਿਆਦਾ ਧਿਆਨ ਦਿੱਤਾ ਜਾਏ, ਨਾਵਾਂ ਬਾਰੇ ਧਿਆਨ ਨਾ ਦਿੱਤਾ ਜਾਏ। ਪਰ ਨਾਂ ਜਿਹੜੇ ਨੇ, ਮੈਨੂੰ ਖਿਮਾ ਕਰਨਾ, ਕਿਉਂਕਿ ਅਸੀਂ ਵੀ ਹਰ ਚੀਜ਼ ਨੂੰ ਪਦਾਰਥ ਨਾਲ ਜੋੜਦੇ ਹਾਂ। ਕਈ ਵਾਰੀ ਨਾਮ ਰੱਖਣ ਕਰਕੇ ਜਿਹੜਾ ਉਹ ਗੁਰਦੁਆਰਾ ਸਾਹਿਬ ਵਿੱਚ ਸੰਗਤ ਜ਼ਿਆਦਾ ਆਉਂਦੀ ਹੈ, ਉੱਥੇ ਫਿਰ ਗੋਲਕ ਜ਼ਿਆਦਾ ਭਰਦੀ ਹੈ। ਇਹੋ ਜਿਹੇ ਕਾਰਨ ਹੋ ਸਕਦੇ ਨੇ, ਪਰ ਇਹ ਜੇ ਕਾਰਨ ਨੇ ਤੇ ਇਹ ਸਾਡੇ ਪ੍ਰਚਾਰ ਵਿੱਚ ਅੜਿੱਕਾ ਨੇ, ਕੋਈ ਵਾਧਾ ਨਹੀਂ ਹੈ। ਲੋੜ ਹੈ ਬਾਣੀ ਨੂੰ ਪੜ੍ਹੀਏ, ਸਮਝੀਏ, ਆਪ ਉਹਦੇ ਤੇ ਚੱਲੀਏ, ਔਰ ਬਾਕੀਆਂ ਨੂੰ ਅਸੀਂ ਜੇ ਚਲਾ ਸਕੀਏ ਤਾਂ ਸਾਡਾ ਜੀਵਨ ਸਫਲ ਹੋ ਸਕਦਾ। ਨਾਵਾਂ ਵਿੱਚ ਕੁਛ ਨਹੀਂ ਪਿਆ। ਵੀਰ ਕਿੱਕਰ ਸਿੰਘ ਆਪ ਦਾ ਬਹੁਤ ਬਹੁਤ ਧੰਨਵਾਦ ਹੈ। ਤੋ ਸੰਗਤ ਜੀ, ਇੱਕ ਜ਼ਰੂਰੀ ਬੇਨਤੀ ਤੁਹਾਡੇ ਨਾਲ ਸਾਂਝੀ ਕਰਨੀ ਹੈ ਕਿ ਆਹ ਜਿਹੜਾ ਸਨੀਚਰਵਾਰ ਆ ਰਿਹਾ 16 ਜੁਲਾਈ ਨੂੰ, ਬਫਲੋ ਗੁਰਦੁਆਰਾ ਸਾਹਿਬ ਤੇ ਅੰਮ੍ਰਿਤ ਸੰਚਾਰ ਹੋਏਗਾ। ਤੋ ਸਮਾਂ ਹੈ 12 ਵਜੇ। ਸੋ ਜਿਹੜੇ ਵੀ ਅੰਮ੍ਰਿਤ ਬਲਾਖੀ ਹੋਣ ਉਹ ਸੁਕੇਸੀ ਇਸ਼ਨਾਨ ਕਰਕੇ ਉੱਥੇ 12 ਵਜੇ ਤੱਕ ਕਿਰਪਾ ਕਰਕੇ ਹਾਜ਼ਰ ਹੋ ਜਾਣ। ਔਰ ਜਿੱਥੋਂ ਤੱਕ ਜ਼ਰੂਰੀਆਤ ਹੈ ਕਿ ਕਕਾਰਾਂ ਵਗੈਰਾ ਦੀ, ਉਹ ਸਾਰੇ ਜਿਹੜੇ ਨੇ ਉਹਨਾਂ ਦੀ ਪ੍ਰੋਵੀਜ਼ਨ ਹੈ, ਕਕਾਰ ਤੁਹਾਨੂੰ ਉੱਥੋਂ ਮਿਲ ਜਾਣਗੇ, ਸਾਰਾ ਪ੍ਰਬੰਧ ਉੱਥੇ ਹੈ। ਤੋ ਤਰੀਕ 16 ਜੁਲਾਈ ਸਨੀਚਰਵਾਰ 12 ਵਜੇ ਤੱਕ ਅੰਮ੍ਰਿਤ ਬਲਾਖੀ ਪਹੁੰਚ ਜਾਣ
ਤੋ ਕਿਰਪਾ ਕਰਕੇ ਇਹ ਜਿਹੜੀ ਅਨਾਉਂਸਮੈਂਟ ਹੈ ਇਹ ਤੁਸੀਂ ਆਪੋ ਆਪਣੇ ਇਲਾਕੇ 'ਚ ਸਾਂਝੀ ਕਰ ਸਕਦੇ ਹੋ, ਕਿਉਂਕਿ ਖਾਸ ਕਰਕੇ ਕੋਵਿਡ ਤੋਂ ਬਾਅਦ ਪਿਛਲੇ 2-3 ਸਾਲ ਤੋਂ ਅੰਮ੍ਰਿਤ ਸੰਚਾਰ ਜਿਹੜਾ ਉਹ ਸਾਡੇ ਨਾਰਥ ਅਮਰੀਕਾ ਵਿੱਚ ਨਹੀਂ ਹੋ ਸਕਿਆ। ਤੋ ਹੁਣ ਜਿਹੜਾ ਕਿ ਸਤਿਗੁਰੂ ਨੇ ਕਿਰਪਾ ਕੀਤੀ ਹੈ ਤੋ ਇਹ ਸ਼ੁਰੂ ਹੋ ਰਿਹਾ। ਤੋ ਇਹ ਤਕਰੀਬਨ 3 ਸਾਲ ਬਾਅਦ ਇਹ ਅੰਮ੍ਰਿਤ ਸੰਚਾਰ ਜਿਹੜਾ ਉਹ ਹੋਏਗਾ। ਤੋ ਜਿਹੜੀਆਂ ਵੀ ਸੰਗਤਾਂ ਬੈਫਲੋ ਪਹੁੰਚ ਸਕਦੀਆਂ ਇਸ ਇਲਾਕੇ ਦੀਆਂ, ਉਹਨਾਂ ਨੂੰ ਕਿਰਪਾ ਕਰਕੇ ਦੱਸਿਆ ਜਾਏ। ਤੋ ਫਿਰ ਬੇਨਤੀ ਕਰਦੇ ਹਾਂ ਕਿ ਆਪੋ ਆਪਣੇ ਗੁਰਦੁਆਰਾ ਸਾਹਿਬਾਨ ਜਾਂ ਸੁਸਾਇਟੀਆਂ ਵਿੱਚ ਇਹ ਦੱਸ ਦਿਓ ਕਿ ਇਸ ਤਰੀਕ ਨੂੰ ਅੰਮ੍ਰਿਤ ਸੰਚਾਰ ਹੋ ਰਿਹਾ 16 ਜੁਲਾਈ ਦਿਨ ਦੇ 12 ਵਜੇ ਤੱਕ ਗੁਰਦੁਆਰਾ ਸਾਹਿਬ ਬੈਠੋ। ਤੋ ਧੰਨਵਾਦ ਜੀ। ਆਓ ਸੰਗਤ ਜੀ ਆਪਾਂ ਅਗਲੇ ਸਵਾਲ ਵੱਲ ਚੱਲਦੇ ਹਾਂ। ਅਗਲਾ ਸਵਾਲ ਹੈ ਵੀ ਸੱਚ ਕੀ ਹੈ, ਡੈਫੀਨੇਸ਼ਨ ਆਫ ਟਰੁਥ। ਤੋ ਬੇਨਤੀ ਹੈ ਸਰ ਪ੍ਰਭ ਕੀਰਤਨ ਸਿੰਘ ਜੀ ਉਹ ਕਿਰਪਾ ਕਰੋ ਤੇ ਦੱਸੋ ਕਿ ਸੱਚ ਕੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ। ਜੀ ਕੀ ਫਤਿਹ ਜੀ। ਵੀਰ ਜੀਓ, ਇਹ ਜਿਹੜਾ ਸ਼ਬਦ ਹੈ ਸੱਤ ਜਾਂ ਸੱਚ, ਇਹ ਸ਼ਬਦ ਗੁਰਬਾਣੀ ਦੇ ਵਿੱਚ ਅਨੇਕਾਂ ਰੂਪਾਂ ਵਿੱਚ ਤੇ ਅਨੇਕਾਂ ਵਾਰੀਆਂ ਦੇ ਵਿੱਚ ਵਰਤੇ, ਬਹੁਤ ਵਾਰੀ ਵਰਤੇ। ਤੋ ਸਭ ਤੋਂ ਪਹਿਲਾਂ ਆਪਾਂ ਇਹਦੀ ਇੰਪੋਰਟੈਂਸ ਸਮਝਣ ਲਈ ਵੀ ਇਹ ਕਨਸੈਪਟ ਨੂੰ ਸਮਝਣਾ ਸਾਡੇ ਲਈ ਇੰਪੋਰਟੈਂਟ ਹੈ। ਇਹਦੀਆਂ ਜਿੰਨੀਆਂ ਵਰਤੋਂ ਕੀਤੀਆਂ ਗਈਆਂ ਹਨ ਉਹ ਬਰੀਫਲੀ ਮੈਂ ਟੱਚ ਕਰਾਂਗਾ ਜੀ। ਇੱਕ ਤਾਂ ਅਸੀਂ ਸਭ ਤੋਂ ਜ਼ਿਆਦਾ ਵਾਰੀ ਵਰਤਿਆ ਹੋਇਆ ਵੇਖਦੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ, ਬਾਣੀ ਦੇ ਵਿੱਚ ਸਤਿਗੁਰ ਲਫ਼ਜ਼ ਜਿਹੜਾ ਆਉਂਦਾ ਹੈ, ਗੁਰੂ ਦੇ ਅੱਗੇ ਸੱਤ ਲਗਾਇਆ ਜਾਂਦਾ, ਕਿਉਂਕਿ ਇਸ ਸ਼ਬਦ ਦੇ ਬੜੇ ਰੂਪ ਹਨ। ਸਤ ਹੈ, ਸੱਚ ਹੈ, ਸਾਚਾ ਹੈ, ਸਾਚੇ, ਜਿਹੜੇ ਆਪਾਂ ਅੱਗੇ ਦੇਖਾਂਗੇ ਇਹ ਸਾਰੇ ਇੱਕੋ ਹੀ ਸ਼ਬਦ ਹੈ, ਇੱਕੋ ਹੀ ਇਸ ਦੇ ਅਰਥ ਹਨ ਤੇ ਇਹਨਾਂ ਅਰਥਾਂ ਦੇ ਵਿੱਚ ਹੀ ਵਰਤਿਆ ਗਿਆ ਹੈ। ਕੰਟੈਕਸਟ ਅਰਥਾਂ ਦੇ ਉੱਤੇ ਫਰਕ। ਹੁਣ ਜਿਸ ਤਰ੍ਹਾਂ ਸਤਿਗੁਰੂ ਜੀ ਦੇ ਵਾਸਤੇ ਵਰਤਿਆ ਜਾਂਦਾ ਹੈ ਤੇ ਫਿਰ ਸਤ ਲਫ਼ਜ਼ ਜਿਹੜਾ ਹੈ ਇਹਦਾ ਅਰਥ ਜਿਹੜਾ ਉਹ ਹੋਰ ਹੋ ਜਾਂਦਾ ਹੈ। ਪਰ ਜਦੋਂ ਇਹ ਅਕਾਲ ਪੁਰਖ ਲਈ ਵਰਤਿਆ ਜਾਂਦਾ ਹੈ ਤਾਂ ਉੱਥੇ ਇਹ ਸਤ ਲਫ਼ਜ਼ ਵੀ ਵਰਤਿਆ ਜਾਂਦਾ ਹੈ, ਇਹਦੀਆਂ ਹੋਰ ਫਾਰਮਸ ਵੀ ਵਰਤੀਆਂ ਜਾਂਦੀਆਂ ਹਨ। ਜਿਸ ਤਰ੍ਹਾਂ ਕਿ ਗੁਰਬਾਣੀ ਦੇ ਵਿੱਚ ਆਉਂਦਾ ਹੈ, ਹਰ ਸਤ ਸਤੇ ਮੇਰੇ ਬਾਬੁਲਾ, ਹਰ ਜਨ ਮਿਲ ਜੰਝ ਸੁਹੰਦੀ। ਇਸੇ ਤਰ੍ਹਾਂ ਹੀ ਹਰ ਧਿਆਵੋ ਹਰ ਪ੍ਰਭ ਸਤ, ਇਹ ਸ਼ਬਦ ਦੇ ਵਿੱਚ ਵੀ ਪ੍ਰਭੂ ਜੀ ਦੇ ਵਾਸਤੇ ਸਤ ਲਫ਼ਜ਼ ਵਰਤਿਆ ਗਿਆ ਹੈ, ਹਰ ਪ੍ਰਭ ਸਤ। ਇਸੇ ਤਰ੍ਹਾਂ ਹੀ ਹਰ ਸਤ ਸਤ ਸਦਾ ਹਰ ਸਤ ਮੇਰਾ ਮਨ ਭਾਵੈ ਜੀਓ। ਤੋ ਇੱਥੇ ਵੀ ਇਹ ਸ਼ਬਦ ਪ੍ਰਭੂ ਜੀ ਵਾਸਤੇ ਵਰਤਿਆ ਗਿਆ ਹੈ, ਸਤ ਸ਼ਬਦ ਜੀ। ਪਹਿਲਾਂ ਜਿਵੇਂ ਆਪਾਂ ਦੇਖਿਆ ਗੁਰੂ ਜੀ ਦੇ ਨਾਮ ਨਾਲ ਵੀ ਜਦੋਂ ਸਤਿਗੁਰੂ ਲਫ਼ਜ਼ ਵਰਤਿਆ ਜਾਂਦਾ ਹੈ ਉੱਥੇ ਵੀ ਇਹ ਲਫ਼ਜ਼ ਵਰਤਿਆ ਜਾਂਦਾ ਹੈ। ਇਸੇ ਤਰ੍ਹਾਂ ਹੀ ਸੱਚ ਵੀ ਇਹਦੀ ਫਾਰਮ ਜਿਹੜੀ ਹੈ ਉਹ ਵਰਤੀ ਜਾਂਦੀ ਹੈ। ਜਿਵੇਂ ਕਿ ਆਪਾਂ ਜਪਜੀ ਸਾਹਿਬ ਦੇ ਵਿੱਚ ਪਹਿਲਾ ਸ਼ਲੋਕ ਆਉਂਦਾ ਹੈ, ਆਦਿ ਸੱਚ ਜੁਗਾਦ ਸੱਚ, ਤਾਂ ਉਹਦੇ ਵਿੱਚ ਵੀ ਸੱਚ ਲਫ਼ਜ਼ ਹੀ ਵਰਤਿਆ ਗਿਆ ਹੈ, ਅਰਥ ਉਹੀ ਹਨ। ਇਸ ਤੋਂ ਇਲਾਵਾ ਵੀ ਅਨੇਕਾਂ ਥਾਵਾਂ ਦੇ ਉੱਤੇ ਇਹ ਵਰਤਿਆ ਗਿਆ ਹੈ। ਆਪੇ ਸੱਚ ਭਾਵੈ ਤਿਸ ਸੱਚ, ਅੰਧਾ ਕੱਚਾ ਕੱਚ ਨਿਕੱਚ। ਤੋ ਪ੍ਰਭੂ ਲਈ, ਸਤਿਗੁਰੂ ਲਈ ਤੇ ਸੱਚ ਲਫ਼ਜ਼ ਦੀ ਜਿਹੜੀ ਵਰਤੋਂ ਕੀਤੀ ਜਾਂਦੀ ਹੈ, ਉਸੇ ਤਰ੍ਹਾਂ ਹੀ ਅੱਗੇ ਜਾ ਕੇ ਆਪਾਂ ਦੇਖੀਏ ਤੇ ਇਹਦੀਆਂ ਹੋਰ ਫਾਰਮਸ ਵੀ ਬੜੀਆਂ ਵਰਤੀਆਂ ਗਈਆਂ ਹਨ। ਸੱਚ, ਸਾਚਾ, ਸਾਚੀ, ਸਾਚਾ, ਇਹ ਸਭ ਉਸੇ ਹੀ ਕੰਸੈਪਟ ਦੇ ਨਾਲ ਰਿਲੇਟਡ ਹਨ ਕਿ ਜਿਹੜਾ ਓਰੀਜਨਲ ਲਫ਼ਜ਼ ਸੱਤ ਹੈ, ਜਿਹਨੂੰ ਪੰਜਾਬੀ ਦੇ ਵਿੱਚ ਸੱਚ ਕਿਹਾ ਜਾਂਦਾ ਹੈ। ਆਪਾਂ ਰੋਜ਼ ਪੜ੍ਹਦੇ ਹਾਂ, ਸਾਚਾ ਸਾਹਿਬ ਸਾਚ ਨਾਏ, ਭਾਖਿਆ ਭਾਉ ਅਪਾਰ। ਇਸੇ ਤਰ੍ਹਾਂ ਹੀ ਜਦੋਂ ਨਾਮ ਲਈ ਵਰਤਿਆ ਜਾਂਦਾ ਹੈ, ਬਾਣੀ ਲਈ ਵਰਤਿਆ ਜਾਂਦਾ ਹੈ, ਹਰ ਜੀਓ ਸਾਚਾ, ਸਾਚੀ ਬਾਣੀ। ਫਿਰ ਅੱਗੇ ਸਾਚੀ ਭਗਤ ਤਾਂ ਥੀ ਹੈ ਜਾਂ ਹਰ ਵਸੈ ਮਨ ਆਏ, ਇੱਥੇ ਭਗਤੀ ਨੂੰ ਵੀ ਸੱਚੀ ਕਿਹਾ ਸਤਿਗੁਰੂ ਜੀ ਨੇ। ਤੇ ਸੇਵਾ ਦੇ ਬਾਰੇ ਵੀ ਸਤਿਗੁਰੂ ਜੀ ਕਹਿੰਦੇ ਹਨ, ਭਾਈ ਰੇ ਸਾਚੀ ਸਤਿਗੁਰ ਸੇਵ, ਸਤਿਗੁਰ ਤੁਠੈ ਪਾਈਐ ਪੂਰਨ ਅਲਖ ਅਭੇਵ। ਇਸੇ ਤਰ੍ਹਾਂ ਹੀ ਅੱਗੇ ਸਾਚੀ ਪ੍ਰੀਤ ਨਾ ਟੁੱਟਈ, ਸਾਚੇ ਮੇਲ ਮਿਲਾਏ। ਤੇ ਜਦੋਂ ਨਦਰ ਦੀ ਗੱਲ ਹੁੰਦੀ ਹੈ, ਅਕਾਲ ਪੁਰਖ ਦੀ, ਨਿਤ ਰਵੈ ਸੁਹਾਗਣੀ, ਸਾਚੀ ਨਦਰ ਰਜ਼ਾਏ। ਤੇ ਹੋਰ ਵੀ ਅਨੇਕਾਂ ਥਾਵਾਂ ਦੇ ਉੱਤੇ ਪੂੰਜੀ ਵਾਸਤੇ ਵਰਤਿਆ ਗਿਆ ਹੈ, ਪੂੰਜੀ ਸਾਚੀ ਗੁਰ ਮਿਲੈ, ਨਾ ਤਿਸ ਤਿਲ ਨਾ ਤਮਾਏ। ਤੇ ਜਦੋਂ ਦਰਗਾਹ ਦੀ ਗੱਲ ਹੁੰਦੀ ਹੈ ਤੇ ਉੱਥੇ ਵੀ ਸਤਿਗੁਰੂ ਕਹਿੰਦੇ ਹਨ ਕਿ ਸਾਚੀ ਦਰਗਾਹ ਵੈਸੇ ਹੀ ਭਗਤ ਸੱਚੀ ਅਰਦਾਸ। ਇੱਥੇ ਅਰਦਾਸ ਨੂੰ ਵੀ ਸੱਚੀ ਲਫ਼ਜ਼ ਦੇ ਨਾਲ ਜੋੜ ਕੇ ਇਹਦੇ ਅਰਥ ਜਿਹੜੇ ਹਨ ਉਹ ਸਪਸ਼ਟ ਕੀਤੇ ਗਏ ਹਨ। ਆਓ ਹੁਣ ਦੇਖੀਏ ਇਹ ਲਫ਼ਜ਼ ਹੈ ਕੀ। ਜਿਹੜਾ ਇਹਦਾ ਮੂਲ ਸੰਸਕ੍ਰਿਤ ਦਾ ਲਫ਼ਜ਼ ਹੈ ਉਹ ਸਤ ਹੈ। ਇਹਦੇ ਚ ਤੱਤਾ ਅੱਧਾ ਬੋਲਦੇ ਹਨ, ਸਤ ਬੋਲਦੇ ਹਨ।
ਤੋ ਇਸ ਦੇ ਅਰਥ ਹਨ ਕਿ ਬੀਇੰਗ, ਜਿਹਨੂੰ ਅਸੀਂ ਅੰਗਰੇਜ਼ੀ 'ਚ ਕਹੀਏ ਕਿ ਜਿਹੜੀ ਹੋਂਦ ਹੁੰਦੀ ਹੈ ਕਿਸੇ ਦੀ, ਜਿਸ ਦੀ ਹੋਂਦ ਹੋਵੇ ਉਹਨੂੰ ਅਸੀਂ ਬੀਇੰਗ ਕਹਿੰਦੇ ਹਾਂ। ਜਿਵੇਂ ਬੀ ਤੋਂ ਬੀਇੰਗ ਬਣਿਆ ਹੈ, ਉਸੇ ਤਰ੍ਹਾਂ ਹੀ ਸਤ ਦਾ ਅਰਥ ਹੈ ਕਿ ਜਿਸ ਦੀ ਹੋਂਦ ਹੋਵੇ, ਐਗਜ਼ਿਸਟਿੰਗ ਹੋਵੇ, ਐਗਜ਼ਿਸਟੈਂਟ ਹੋਵੇ, ਜਾਂ ਈਵਨ ਇਹ ਵੀ ਕਹਿ ਦਿੱਤਾ ਜਾਂਦਾ ਹੈ ਕਿ ਜਿਹੜੀ ਚੀਜ਼ ਰੀਅਲ ਹੈ, ਅਸਲੀਅਤ ਹੈ, ਉਹਨੂੰ ਵੀ ਸਤ ਕਹਿ ਦਿੱਤਾ ਜਾਂਦਾ ਹੈ। ਤੋ ਇਹ ਸਾਰੇ ਅਰਥ ਜਿਹੜੇ ਹਨ ਉਹ ਸਤ ਲਫ਼ਜ਼ ਦੇ ਹਨ, ਜਿਹੜਾ ਮੂਲ ਸੰਸਕ੍ਰਿਤ ਦਾ ਲਫ਼ਜ਼। ਹੁਣ ਹੋਂਦ ਵਾਲਾ ਹੋਣ ਦਾ ਅਰਥ ਤਾਂ ਇਹ ਹੈ ਕਿ ਜਿਸ ਦੀ ਹੋਂਦ ਹੈ ਉਹਦੇ ਵਿੱਚ ਕੋਈ ਗੁਣ ਵੀ ਹਨ, ਉਹਦੇ ਸਰੀਰਕ ਗੁਣ ਵੀ ਹੋ ਸਕਦੇ ਹਨ, ਆਤਮਿਕ ਗੁਣ ਵੀ ਹੋ ਸਕਦੇ ਹਨ, ਮਾਨਸਿਕ ਗੁਣ ਵੀ ਹੋ ਸਕਦੇ ਹਨ। ਤੇ ਜਦੋਂ ਅਸੀਂ ਕਿਸੇ ਨੂੰ ਸਤ ਕਹਿੰਦੇ ਹਾਂ ਤੇ ਨਾਲ ਉਸਦੇ ਗੁਣਾਂ ਦੀ ਗੱਲ ਹੋਣੀ ਲਾਜ਼ਮੀ ਹੈ। ਇਹਨੂੰ ਚੰਗੇ ਅਰਥਾਂ ਦੇ ਵਿੱਚ ਵੀ ਵਰਤਿਆ ਜਾਂਦਾ ਹੈ। ਜਦੋਂ ਕਿਸੇ ਦੀ ਤਾਰੀਫ ਕਹਿਣੀ ਹੋਵੇ ਤਾਂ ਅਸੀਂ ਸਤ ਲਫ਼ਜ਼ ਦੀ ਇੱਕ ਦੂਜੀ ਫਾਰਮ ਹੈ, ਸਦ ਕਹਿੰਦੇ ਹਾਂ ਦੱਦੇ ਨਾਲ, ਵੀ ਚੰਗੀ ਬੁੱਧੀ ਵਾਲਾ ਹੋਵੇ ਤੇ ਉਹਨੂੰ ਸਦ ਬੁੱਧੀ ਕਹਿੰਦੇ ਹਨ। ਉਹ ਲਫ਼ਜ਼ ਵੀ ਇੱਥੋਂ ਹੀ ਬਣਿਆ, ਭਾਵ ਇਹਦੀ ਬੁੱਧੀ ਚੰਗੀ ਹੈ। ਜਾਂ ਚੰਗੇ ਬਚਨ ਨੇ ਤੇ ਸਦ ਬਚਨ ਕਹਿ ਦਿੰਦੇ ਹਾਂ, ਸਦ ਕਰਮ ਕਹਿ ਦਿੰਦੇ ਹਾਂ। ਦੂਜਾ ਅਰਥ ਇਹਦਾ ਚੰਗਾ ਹੈ। ਇੱਕ ਤਾਂ ਹੋਂਦ ਵਾਲਾ ਹੈ, ਇੱਕ ਹੈ ਕਿ ਉਹ ਚੰਗਾ ਹੈ। ਹੁਣ ਹੋਂਦ ਤਾਂ ਸਭ ਦੀ ਹੈ। ਮੈਂ ਆਪ ਜੀ ਦੇ ਸਾਹਮਣੇ ਬੈਠਾ ਹਾਂ, ਅੱਜ ਮੇਰੀ ਹੋਂਦ ਹੈ, ਪਰ ਕੱਲ ਨੂੰ ਮੈਂ ਸਤ ਹੋਵਾਂਗਾ ਜਾਂ ਨਹੀਂ ਹੋਵਾਂਗਾ ਇਹ ਕੋਈ ਨਹੀਂ ਕਹਿ ਸਕਦਾ। ਤਾਂ ਫਿਰ ਅਸੀਂ ਕੀ ਬਣ ਜਾਵਾਂਗੇ? ਜਦੋਂ ਸਾਡੀ ਹੋਂਦ ਖਤਮ ਹੋ ਜਾਏਗੀ ਫਿਰ ਅਸੀਂ ਸਤ ਤੋਂ ਅਸਤ ਬਣ ਜਾਵਾਂਗੇ, ਜਿਹਨੂੰ ਅਸੀਂ ਆਮ ਭਾਸ਼ਾ ਦੇ ਵਿੱਚ ਝੂਠ ਕਹਿ ਦਿੰਦੇ ਹਾਂ। ਜਿਹਦੀ ਹੋਂਦ ਖਤਮ ਹੋ ਜਾਏ ਉਹਨੂੰ ਅਸਤ ਕਿਹਾ ਜਾਂਦਾ ਹੈ, ਜਾਂ ਜਿਹਦੀ ਹੋਂਦ ਨਾ ਹੋਵੇ ਉਹਨੂੰ ਅਸਤ ਕਿਹਾ ਜਾਂਦਾ ਹੈ। ਕਿਉਂਕਿ ਦੁਨੀਆ ਦੇ ਵਿੱਚ ਜੋ ਵੀ ਹੋਰ ਸਾਨੂੰ ਨਜ਼ਰ ਆਉਂਦਾ ਹੈ ਉਹਦੀ ਹੋਂਦ ਸਦੀਵੀ ਨਹੀਂ ਹੈ। ਕੇਵਲ ਇੱਕ ਪ੍ਰਭੂ ਦੀ, ਬ੍ਰਹਮ ਦੀ, ਵਾਹਿਗੁਰੂ ਦੀ, ਅੱਲਾ ਦੀ, ਇਹਦੀ ਹੋਂਦ ਸਦੀਵੀ ਹੈ। ਇਹ ਹਮੇਸ਼ਾ ਰਹਿਣਾ ਹੈ। ਜਿਵੇਂ ਸਤਿਗੁਰੂ ਜੀ ਨੇ ਫਰਮਾਇਆ ਹੈ ਕਿ ਆਦਿ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਅਕਾਲ ਪੁਰਖ ਦੀ, ਵਾਹਿਗੁਰੂ ਦੀ ਹੋਂਦ ਸਦੀਵੀ ਹੈ। ਇਸ ਕਰਕੇ ਅਕਾਲ ਪੁਰਖ ਨੂੰ ਸਦੀਵੀ ਹੋਂਦ ਵਾਲਾ ਮੰਨਿਆ ਗਿਆ ਹੈ ਤੇ ਉਹ ਹਮੇਸ਼ਾ ਸਤ ਰਹੇਗਾ, ਉਹ ਹਮੇਸ਼ਾ ਸੱਚ ਰਹੇਗਾ। ਇਸ ਕਰਕੇ ਉਸ ਦਾ ਨਾਮ ਹੀ ਸਤ ਹੋ ਗਿਆ, ਕਿਉਂਕਿ ਉਸ ਨੇ ਅਸਤ ਕਦੀ ਨਹੀਂ ਹੋਣਾ, ਉਹਨੇ ਹਮੇਸ਼ਾ ਹੀ ਸਤ ਹੋਣਾ। ਉਹ ਜਦੋਂ ਤੋਂ ਇਹ ਜਗਤ ਬਣਿਆ ਉਦੋਂ ਤੋਂ ਸਤ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹ ਸਤ ਹੀ ਰਹੇਗਾ। ਤਾਂ ਜਦੋਂ ਨਾ ਹੋਣ ਦੀ ਗੱਲ ਜਿਹੜੀ ਹੈ ਅਸੀਂ ਅਕਾਲ ਪੁਰਖ ਲਈ ਨਹੀਂ ਵਰਤ ਸਕਦੇ, ਤਾਂ ਸਤ ਨਾਮ ਜਿਹੜਾ ਹੈ ਉਹ ਅਕਾਲ ਪੁਰਖ ਵਾਹਿਗੁਰੂ ਲਈ ਵਰਤਿਆ ਜਾਂਦਾ ਹੈ। ਗੁਰਬਾਣੀ ਵਿੱਚ ਇਹ ਕਈ ਫਾਰਮਸ ਦੇ ਵਿੱਚ, ਜਿਵੇਂ ਮੈਂ ਪਹਿਲਾਂ ਆਪ ਜੀ ਦੇ ਨਾਲ ਸਾਂਝਾ ਕੀਤਾ ਹੈ, ਸੱਚ, ਸਤ, ਸੱਚਾ, ਸਾਚਾ, ਸਾਚਾ, ਸਾਚੀ, ਇਹ ਸਾਰੇ ਸ਼ਬਦ ਜਿਹੜੇ ਹਨ ਇਸੇ ਸ਼ਬਦ ਤੋਂ ਹੀ ਡਰਾਈਵ ਕੀਤੇ ਗਏ ਹਨ। ਕਿਉਂਕਿ ਹਰ ਉਹ ਚੀਜ਼ ਜਿਹੜੀ ਅਕਾਲ ਪੁਰਖ ਨਾਲ ਸੰਬੰਧਿਤ ਹੈ ਉਹ ਸਤ ਹੈ। ਤੇ ਜਿਵੇਂ ਪਿੱਛੇ ਆਇਆ, ਪ੍ਰੀਤ ਵੀ, ਨਦਰ ਵੀ, ਅਰਦਾਸ ਵੀ, ਹਰ ਚੀਜ਼ ਨਾਲ ਸਤਿਗੁਰੂ ਜੀ ਨੇ ਸਤ ਲਫ਼ਜ਼ ਵਰਤਿਆ ਹੈ ਜਾਂ ਸੱਚਾ, ਸਾਚੀ ਲਫ਼ਜ਼ ਵਰਤਿਆ ਹੈ। ਕਿਉਂਕਿ ਜਦੋਂ ਪ੍ਰੀਤ ਹੈ ਦੁਨਿਆਵੀ ਪ੍ਰੀਤ ਤਾਂ ਉਹ ਝੂਠੀ ਪ੍ਰੀਤ ਹੈ, ਪਰ ਜਦੋਂ ਸਦੀਵੀ ਸੱਚ ਦੇ ਨਾਲ, ਸਦੀਵੀ ਸਤ ਦੇ ਨਾਲ ਪ੍ਰੀਤ ਹੈ ਤਾਂ ਉਹਨੂੰ ਸਤਿਗੁਰੂ ਜੀ ਨੇ ਸੱਚੀ ਪ੍ਰੀਤ ਕਿਹਾ ਹੈ। ਇਸੇ ਤਰ੍ਹਾਂ ਹੀ ਉਹਦੀ ਨਦਰ ਵੀ ਸੱਚੀ ਹੈ, ਉਹ ਸਦੀਵੀ ਹੈ, ਕਿਉਂਕਿ ਉਹ ਆਪ ਸਦੀਵੀ ਹੈ ਤੇ ਉਹਦੀ ਨਦਰ ਵੀ ਜਿਹੜੀ ਹੈ ਉਹ ਸਦੀਵੀ ਹੈ। ਤੋ ਇਸ ਤਰੀਕੇ ਦੇ ਨਾਲ ਸਤ ਲਫ਼ਜ਼ ਜਿੱਥੇ ਵੀ ਆਉਂਦਾ ਹੈ ਉਹ ਹਰ ਉਹ ਚੀਜ਼ ਦੇ ਨਾਲ ਸੰਬੰਧਿਤ ਹੋ ਜਾਂਦਾ ਹੈ ਜਿਹੜੀ ਉਸ ਅਕਾਲ ਪੁਰਖ ਦੇ ਨਾਲ ਜਾ ਕੇ ਜੁੜਦੀ ਹੈ। ਕਿਉਂਕਿ ਬਾਕੀ ਸਭ ਝੂਠ ਹੈ, ਉਹ ਸਦੀਵੀ ਨਹੀਂ ਹੈ, ਉਹ ਖਤਮ ਹੋਣ ਵਾਲਾ ਹੈ। ਤੇ ਇਹ ਅਰਥ ਜਿਹੜੇ ਹਨ ਇਹ ਕੋਈ ਨਵੀਨ ਸਤਿਗੁਰੂ ਜੀ ਨੇ ਨਹੀਂ ਕੀਤੇ, ਇਹ ਸਾਡੇ ਭਾਰਤੀ ਫਲਸਫੇ ਦੇ ਵਿੱਚ ਪਹਿਲਾਂ ਤੋਂ ਵਰਤੇ ਆ ਰਹੇ ਹਨ। ਜਿਵੇਂ ਕਿ ਵੇਦਾਂਤ ਦੇ ਵਿੱਚ ਵੀ ਬ੍ਰਹਮ ਨੂੰ ਸਤ ਕਿਹਾ ਗਿਆ ਹੈ, ਇਸੇ ਤਰ੍ਹਾਂ ਹੀ ਕਬੀਰ ਜੀ ਨੇ ਤੇ ਹੋਰ ਭਗਤ ਸਾਹਿਬਾਨ ਨੇ ਵੀ ਇਹੀ ਅਰਥ ਕੀਤੇ ਹਨ। ਇਹ ਸਾਰੇ ਸ਼ਬਦ ਜਿਹੜੇ ਹਨ ਸਾਡੇ ਰੈਕੋਗਨਾਈਜ਼ਡ ਅਰਥ ਹਨ। ਤਾਂ ਹੁਣ ਆਈਏ ਕਿ ਸਤਿਗੁਰ ਦੇ ਨਾਲ ਕਿਉਂ ਇਹ ਸ਼ਬਦ ਵਰਤਿਆ ਗਿਆ ਹੈ? ਕਿਉਂਕਿ ਗੁਰਮਤਿ ਦੇ ਵਿੱਚ ਗੁਰੂ ਜਿਹੜਾ ਹੈ ਉਹ ਸਤ ਸਰੂਪ ਹੈ, ਉਹ ਅਕਾਲ ਪੁਰਖ ਦਾ ਹੀ ਸਰੂਪ ਹੈ। ਕਿਉਂਕਿ ਉਹ ਗੁਰੂ ਜੋ ਪ੍ਰਭੂ ਨਾਲ ਮਿਲਾ ਦਿੰਦਾ ਹੈ, ਉਹ ਪ੍ਰਭੂ ਨਾਲ ਜੋੜ ਦਿੰਦਾ ਹੈ, ਉਹ ਸਤ ਸਰੂਪ ਗੁਰੂ ਹੈ। ਇਸੇ ਕਰਕੇ ਹੀ ਗੁਰੂ ਦੇ ਨਾਲ ਆਮ ਤੌਰ ਦੇ ਉੱਤੇ ਸਤਿਗੁਰ ਦਾ ਸ਼ਬਦ ਜਿਹੜਾ ਹੈ ਉਹ ਸਤ ਨਾਲ ਲਗਾ ਕੇ ਸਤਿਗੁਰ ਦਾ ਸ਼ਬਦ ਵਰਤਿਆ ਗਿਆ ਹੈ। ਕਿਉਂਕਿ ਗੁਰਮਤਿ ਦਾ ਸਿਧਾਂਤ ਹੈ ਗੁਰ ਪਰਮੇਸ਼ਰ ਏਕੋ ਜਾਨ, ਤੇ ਫਿਰ ਇੱਕ ਹੋਰ ਥਾਂ ਤੇ ਵੀ ਆਉਂਦਾ ਹੈ ਕਿ ਪਾਰ ਬ੍ਰਹਮ ਗੁਰ ਨਾਹੀ ਭੇਦ।
ਇਸੇ ਕਰਕੇ ਹੀ ਭੇਦ ਨਹੀਂ ਹੈ, ਕਿਉਂਕਿ ਉਹ ਸਤ ਸਰੂਪ ਗੁਰੂ ਸਾਨੂੰ ਸਤ ਦੇ ਨਾਲ ਮਿਲਾ ਦਿੰਦਾ ਹੈ। ਉਹਦਾ ਸਾਡੇ ਉੱਤੇ ਇਹੀ ਸਭ ਤੋਂ ਵੱਡੀ ਔਰ ਇੱਕੋ ਇੱਕ ਕਿਰਪਾ ਹੈ ਕਿ ਉਹ ਸਾਨੂੰ ਸਤ ਦੇ ਨਾਲ ਜੁੜਨ ਦਾ ਰਾਹ ਦੱਸਦਾ ਹੈ ਤੇ ਸਤ ਤੱਕ ਲੈ ਕੇ ਜਾਂਦਾ। ਇਸੇ ਤਰ੍ਹਾਂ ਇੱਕ ਹੋਰ ਸ਼ਬਦ ਆਉਂਦਾ ਹੈ ਬਾਣੀ ਦੇ ਵਿੱਚ, ਸਤਨਾਮ, ਜਿਹੜਾ ਕਿ ਸਾਡੇ ਮੂਲ ਮੰਤਰ ਦਾ ਹਿੱਸਾ ਹੈ। ਇਹ ਵੀ ਸਤ ਤੇ ਨਾਮ ਦੋ ਸ਼ਬਦਾਂ ਦੇ ਨਾਲ ਮਿਲਾਪ ਦੇ ਨਾਲ ਬਣਿਆ ਹੈ। ਕਈ ਇਹਦੇ ਅਰਥ ਵਿਦਵਾਨ ਇਸ ਤਰ੍ਹਾਂ ਕਰਦੇ ਹਨ ਕਿ ਉਸ ਦਾ ਨਾਮ ਸਤ ਹੈ, ਉਸ ਦਾ ਨਾਮ ਸਤ ਹੈ। ਆਮ ਤੌਰ ਤੇ ਇਹੀ ਅਰਥ ਕੀਤਾ ਜਾਂਦਾ ਹੈ। ਪਰ ਕੁਝ ਵਿਦਵਾਨ ਜਿਹੜੇ ਹਨ ਉਹ ਨਾਮ ਨੂੰ ਵੀ ਪ੍ਰਭੂ ਦਾ ਹੀ ਸਰਬ ਵਿਆਪਕ ਰੂਪ ਮੰਨਦੇ ਹਨ। ਜਿਵੇਂ ਕਿ ਅਸੀਂ ਬਾਣੀ ਦੇ ਵਿੱਚ ਕਈ ਥਾਵਾਂ ਤੇ ਨਾਮ ਦੇ ਤਾਂ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਆਸਾ ਦੀ ਵਾਰ ਦੇ ਵਿੱਚ ਆਪਾਂ ਰੋਜ਼ ਕੀਰਤਨ ਕਰਦੇ ਹਾਂ। ਪੂਰੀ ਪੌੜੀ ਜਿਹੜੀ ਹੈ ਉਹ ਨਾਮ ਦੇ ਧਾਰੇ ਹੋਏ ਜੋ ਜੋ ਅਕਾਲ ਪੁਰਖ ਨੇ ਜਿਹੜੀਆਂ ਅਵਸਥਾ ਬਣਾਈਆਂ ਹਨ ਉਹਨਾਂ ਨੂੰ ਨਾਮ ਕੇ ਧਾਰੇ ਕਹਿ ਕੇ ਦੱਸਿਆ ਗਿਆ ਹੈ। ਤੋ ਇਸ ਚੀਜ਼ ਤੋਂ ਕਈ ਵਿਦਵਾਨ ਜਿਹੜੇ ਹਨ ਨਾਮ ਨੂੰ ਅਕਾਲ ਪੁਰਖ ਦਾ ਹੀ ਸਰੂਪ ਮੰਨਦੇ ਹਨ, ਉਹਦੇ ਵਿੱਚ ਕੋਈ ਫਰਕ ਨਹੀਂ ਮੰਨਦੇ। ਤੋ ਅਕਾਲ ਪੁਰਖ ਦੇ ਜੋ ਸਰੂਪ ਹਨ ਉਹ ਦੋ ਮੰਨੇ ਗਏ ਹਨ ਗੁਰਮਤ ਦੇ ਵਿੱਚ। ਇੱਕ ਤਾਂ ਉਹ ਜਿਹੜਾ ਕਿ ਨਿਜ ਸਰੂਪ ਅਕਾਲ ਪੁਰਖ ਦਾ, ਜੋ ਇਸ ਜਗਤ ਰਚਨਾ ਤੋਂ ਪਹਿਲਾਂ ਅਸੀਂ ਕਹਿੰਦੇ ਹਾਂ ਕਿ ਉਹ ਮੌਜੂਦ ਸੀ, ਤੇ ਜਦੋਂ ਉਹਨੇ ਜਗਤ ਬਣਾਇਆ ਤੇ ਉਹ ਆਪ ਇਸ ਜਗਤ ਦੇ ਵਿੱਚ ਆ ਕੇ ਬੈਠ ਗਿਆ। ਇਹ ਉਹਦਾ ਦੂਜਾ ਸਰੂਪ ਹੈ। ਆਪੀ ਨੈ ਆਪ ਸਾਜਿਓ, ਆਪੀ ਨੈ ਰਚਿਓ ਨਾਉ, ਦੋਈ ਕੁਦਰਤ ਸਾਜ ਕੇ ਕਰ ਆਸਣ ਡਿਠੋ ਚਾਓ। ਉਹ ਇਸ ਕੁਦਰਤ ਦੇ ਵਿੱਚ ਆਸਣ ਲਗਾ ਕੇ ਬੈਠਾ ਹੈ, ਹਰ ਥਾਂ ਤੇ ਹਰ ਜ਼ਰਰੇ ਵਿੱਚ ਸਾਡੇ ਹਿਰਦੇ ਵਿੱਚ ਬੈਠਾ ਹੈ। ਇਹ ਉਸ ਦਾ ਸਰਬ ਵਿਆਪਕ ਸਰੂਪ ਹੈ। ਵਿਦਵਾਨ ਇਹਨਾਂ ਦੋਵਾਂ ਸਰੂਪਾਂ ਦੇ ਦੋ ਅਰਥ ਕਰਦੇ, ਜੋ ਅੰਗਰੇਜ਼ੀ ਦੇ ਵਿੱਚ ਸ਼ਬਦ ਵਰਤੇ ਜਾਂਦੇ ਹਨ। ਇੱਕ ਟ੍ਰਾਂਸੈਂਡੈਂਟ ਜਿਹੜਾ ਉਹਦਾ ਸਰੂਪ ਹੈ ਤੇ ਇੱਕ ਉਹਦਾ ਇਮਨੈਂਟ ਸਰੂਪ ਹੈ। ਹੁਣ ਇਹਨਾਂ ਦੋਵਾਂ ਅਰਥਾਂ ਦੇ ਜਿਹੜੇ ਜੋ ਸ਼ਬਦ ਹਨ ਦੋ, ਸਤ ਤੇ ਨਾਮ, ਕਈ ਵਿਦਵਾਨਾਂ ਨੇ ਸਤ ਨੂੰ ਉਸ ਦੇ ਟ੍ਰਾਂਸੈਂਡੈਂਟ ਸਰੂਪ ਦਾ ਲਖਾਇਕ ਦੱਸਿਆ ਹੈ ਤੇ ਨਾਮ ਨੂੰ ਉਸ ਦੇ ਇਮਨੈਂਟ ਭਾਵ ਸਰਬ ਵਿਆਪਕ ਰੂਪ ਜਿਹੜਾ ਹੈ ਉਹਦਾ ਅਰਥ ਦੱਸਿਆ ਹੈ। ਤੋ ਇਹ ਨਾਮ ਜਿਹੜਾ ਹੈ ਉਹਦਾ ਸਰਬ ਵਿਆਪਕ ਸਰੂਪ ਹੈ, ਜੋ ਹਰ ਵਸਤੂ ਦੇ ਵਿੱਚ ਉਹਨਾਂ ਦੇ ਮੁਤਾਬਕ ਜੋ ਉਹ ਵਿਆਖਿਆ ਦੱਸਦੇ ਹਨ ਉਹ ਦੱਸਦੇ ਹਨ। ਇਸੇ ਤਰ੍ਹਾਂ ਹੀ ਅੱਗੇ ਇੱਕ ਹੋਰ ਸ਼ਬਦ ਆਉਂਦਾ ਹੈ, ਸਤ ਸੰਗਤ। ਇੱਥੇ ਵੀ ਸਤ ਸ਼ਬਦ ਦੀ ਵਰਤੋਂ ਕੀਤੀ ਗਈ ਹੈ, ਜਿਹਦੇ ਨਾਲ ਸੰਗਤ ਦੇ ਲਫ਼ਜ਼ ਜਿਹੜਾ ਅਰਥ ਹੈ ਉਹ ਬਿਲਕੁਲ ਬਦਲ ਜਾਂਦੇ ਹਨ। ਅਸੀਂ ਆਮ ਤੌਰ ਤੇ ਇਹਦੇ ਅਰਥ ਕਰਦੇ ਹਾਂ ਸੱਚੀ ਸੰਗਤ, ਔਰ ਇਹ ਠੀਕ ਅਰਥ ਹਨ। ਪਰ ਇਹਦੇ ਅਰਥਾਂ ਦੇ ਅਗਰ ਗਹਿਰਾਈ ਵਿੱਚ ਜਾਈਏ ਤਾਂ ਇਸ ਦਾ ਅਰਥ ਇਹ ਬਣਦਾ ਹੈ ਕਿ ਉਹ ਸੰਗਤ ਜਿੱਥੇ ਸਤ ਦਾ ਨਿਵਾਸ ਹੋਵੇ। ਤੇ ਪ੍ਰਭੂ ਦਾ ਨਿਵਾਸ ਕਿਸ ਤਰ੍ਹਾਂ ਹੋਣਾ ਹੈ? ਉਹ ਉਸ ਤਰ੍ਹਾਂ ਹੋਣਾ ਹੈ ਜਿਵੇਂ ਸਤਿਗੁਰੂ ਦੇ ਵਿੱਚ ਗੁਰੂ ਨੇ ਸਾਡਾ ਮਿਲਾਪ ਅਕਾਲ ਪੁਰਖ ਦੇ ਨਾਲ ਕਰਾਉਣਾ ਹੈ ਤੇ ਉਹਨੂੰ ਸਤਿਗੁਰੂ ਕਿਹਾ। ਇਸ ਸੰਗਤ ਦੇ ਵਿੱਚ ਵੀ ਜਦੋਂ ਹਰੀ ਦਾ ਨਿਵਾਸ ਹੋਣਾ ਹੈ, ਭਾਵ ਹਰੀ ਦਾ ਚਰਚਾ ਹੋਣੀ ਹੈ, ਹਰੀ ਦੇ ਗੁਣ ਦੱਸੇ ਜਾਣੇ ਹਨ, ਹਰੀ ਦੇ ਗੁਣ ਗਾਏ ਜਾਣੇ ਹਨ, ਤਾਂ ਉਹ ਸਤ ਸੰਗਤ ਬਣ ਜਾਂਦੀ ਹੈ ਜਿੱਥੇ ਹਰੀ ਪ੍ਰਭੂ ਵਿੱਚ ਵਸਦਾ ਹੈ। ਗੁਰਬਾਣੀ ਦੇ ਵਿੱਚ ਜਿਵੇਂ ਆਉਂਦਾ ਹੈ ਕਿ ਇਸ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਤੇ ਨਾਲ ਹੀ ਸਤਿਗੁਰੂ ਜੀ ਨੇ ਡਿਫਾਈਨ ਕੀਤਾ ਹੈ ਕਿ ਜਿੱਥੇ ਸੰਗਤ ਦੇ ਵਿੱਚ ਨਾਮ ਦਾ ਵਾਸਾ ਹੈ, ਜਿੱਥੇ ਨਾਮ ਦੀ ਵਿਚਾਰ ਹੁੰਦੀ ਹੈ, ਜਿੱਥੇ ਨਾਮ ਰੂਪੀ ਪ੍ਰਭੂ ਨੂੰ ਹਿਰਦੇ ਵਿੱਚ ਵਸਾਉਣ ਦਾ ਯਤਨ ਹੁੰਦਾ ਹੈ, ਉਹੀ ਸੰਗਤ ਸਤ ਸੰਗਤ ਹੈ। ਸਤ ਸੰਗਤ ਕੈਸੀ ਜਾਣੀ ਹੈ, ਜਿੱਥੇ ਏਕੋ ਨਾਮ ਵਖਾਣੀ ਹੈ। ਇਸੇ ਤਰ੍ਹਾਂ ਹੀ ਅੱਗੇ ਹੋਰ ਫਰਮਾਨ ਹਨ, ਅਨੇਕਾਂ ਫਰਮਾਨ ਹਨ ਗੁਰਬਾਣੀ ਦੇ ਵਿੱਚ। ਸੱਚੀ ਸੰਗਤ ਬੈਸਣਾ, ਸੱਚ ਨਾਮ ਮਨ ਧੀਰ। ਤੇ ਸੱਚੀ ਸੰਗਤ ਦਾ ਨਿਸ਼ਾਨੀ ਹੀ ਇਹ ਹੈ ਕਿ ਜਦੋਂ ਉਸ ਅਕਾਲ ਪੁਰਖ ਦਾ ਸਦਾ ਥਿਰ ਨਾਮ, ਸੱਚ ਨਾਮ ਮਨ ਧੀਰ ਹਰ ਦੇ ਵਿੱਚ ਟਿਕ ਜਾਵੇ, ਤੇ ਫਿਰ ਉੱਥੇ ਉਹੀ ਸਤ ਸੰਗਤ ਜਿਹੜੀ ਉਹਨੂੰ ਸਤ ਸੰਗਤ ਕਹਿ ਸਕਦੇ ਹਾਂ। ਕਿਉਂਕਿ ਜਿੱਥੇ ਸਾਧੂ ਤੇ ਗੁਰਮੁਖ ਜਨ ਜੁੜ ਕੇ ਬੈਠਦੇ ਹਨ ਉੱਥੇ ਹੀ ਉਹ ਪ੍ਰਭੂ ਵਸਦਾ ਹੈ, ਕਿਉਂਕਿ ਉੱਥੇ ਹੀ ਉਹਦੇ ਗੁਣ ਗਾਏ ਜਾਂਦੇ ਹਨ, ਉਹਦਾ ਨਾਮ ਜਪਿਆ ਜਾਂਦਾ ਹੈ, ਉਹਦੇ ਗੁਣਾਂ ਦੀ ਵਿਚਾਰ ਹੁੰਦੀ ਹੈ। ਤੇ ਇਹੀ ਰਸਤਾ ਹੈ ਪ੍ਰਭੂ ਦੇ ਨਾਲ ਜੁੜਨ ਦਾ, ਪ੍ਰਭੂ ਨੂੰ ਹਿਰਦੇ ਦੇ ਵਿੱਚ ਵਸਾ ਲੈਣ ਦਾ। ਤੋ ਇਸ ਤਰ੍ਹਾਂ ਸਤ ਲਫ਼ਜ਼ ਦੀ ਜਿਵੇਂ ਆਪਾਂ ਦੇਖਿਆ ਹੈ ਕਿ ਸ਼ਬਦ ਤਾਂ ਇੱਕ ਹੈ, ਇਹਦੀ ਅਨੇਕਾਂ ਭਾਂਤਾਂ ਦੇ ਵਿੱਚ ਸਤਿਗੁਰੂ ਜੀ ਨੇ ਵਰਤੋਂ ਕੀਤੀ ਹੈ। ਪਰ ਹਰ ਥਾਂ ਤੇ ਜਿਸ ਸ਼ਬਦ ਦੇ ਨਾਲ ਸਤ ਲਫ਼ਜ਼ ਵਰਤਿਆ ਹੈ, ਉਸ ਸ਼ਬਦ ਦਾ ਸਿੱਧਾ ਰਿਸ਼ਤਾ ਜਿਹੜਾ ਹੈ, ਸਿੱਧਾ ਕਨੈਕਸ਼ਨ ਹੈ, ਉਹ ਅਕਾਲ ਪੁਰਖ ਦੇ ਨਾਲ ਜੁੜ ਜਾਂਦਾ ਹੈ। ਤੋ ਜਿੱਥੇ ਵੀ ਸੱਚ ਲਫ਼ਜ਼ ਆਉਂਦਾ ਹੈ, ਇਹ ਅਕਾਲ ਪੁਰਖ ਦਾ ਲਖਾਇਕ ਹੈ, ਅਕਾਲ ਪੁਰਖ ਨਾਲ ਜੁੜਨ ਦਾ ਲਖਾਇਕ ਹੈ।
ਔਰ ਜਿਹੜੇ ਸ਼ਬਦ ਆਮ ਅਸੀਂ ਵਰਤਦੇ ਹਾਂ ਉਹਨਾਂ ਨੂੰ ਰੀਡਿਫਾਈਨ ਅਕਾਲ ਪੁਰਖ ਦੇ ਨਾਲ ਜੋੜਨ ਦੇ ਸੰਬੰਧ ਦੇ ਵਿੱਚ ਰੀਡਿਫਾਈਨ ਕਰਨ ਦਾ ਸਤਿਗੁਰੂ ਜੀ ਨੇ ਇਹ ਢੰਗ ਵਰਤਿਆ ਹੈ। ਹਰ ਥਾਂ ਦੇ ਉੱਤੇ, ਚਾਹੇ ਉਹ ਪ੍ਰੀਤ ਦੀ ਗੱਲ ਹੈ, ਨਦਰ ਦੀ ਗੱਲ ਹੈ, ਸੰਗਤ ਦੀ ਗੱਲ ਹੈ, ਨਾਮ ਦੀ ਗੱਲ ਹੈ, ਤਾਂ ਇੱਥੇ ਅਕਾਲ ਪੁਰਖ ਨਾਲ ਸਿੱਧਾ ਸਾਨੂੰ ਜੋੜਿਆ ਹੈ। ਤੋ ਸਤ ਸ਼ਬਦ ਸਾਡੇ ਲਈ ਬੜਾ ਮਹੱਤਵਪੂਰਨ ਵੀ ਹੈ, ਇਹਨੂੰ ਸਮਝਣਾ ਵੀ ਬੜਾ ਮਹੱਤਵਪੂਰਨ ਹੈ। ਤੇ ਕਿਸ ਤਰ੍ਹਾਂ ਸਤਿਗੁਰੂ ਜੀ ਨੇ ਇਹਨੂੰ ਵਰਤ ਕੇ ਸਾਨੂੰ ਸਿਧਾਂਤਕ ਤੌਰ ਦੇ ਉੱਤੇ ਸਪਸ਼ਟ ਕੀਤਾ, ਇਹ ਵੀ ਸਾਡੇ ਲਈ ਬੜਾ ਮਹੱਤਵਪੂਰਨ ਹੈ ਜੀ। ਹੋਈਆਂ ਭੁੱਲਾਂ ਦੀ ਖਿਮਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਵਾਹਿਗੁਰੂ ਫਤਿਹ। ਇਹ ਸੱਚ ਲਫ਼ਜ਼ ਜਿਹੜਾ ਹੈ ਉਹਦੇ ਬਹੁਤ ਸਾਰੇ ਜਿਹੜੀਆਂ ਡੈਫੀਨੇਸ਼ਨ ਦੇ ਗੁਰਬਾਣੀ ਤੇ ਆਧਾਰਿਤ ਵੀਰ ਜੀ ਨੇ ਸਾਨੂੰ ਦੱਸੀਆਂ। ਬਹੁਤ ਬਹੁਤ ਧੰਨਵਾਦ ਹੈ ਸਤ ਸੰਗਤ ਜੀ। ਇਹ ਜੋ ਸੱਚ ਲਫ਼ਜ਼ ਹੈ ਇਹ ਬੜਾ ਹੀ ਇੰਪੋਰਟੈਂਟ ਹੈ। ਜ਼ਿੰਦਗੀ ਵਿੱਚ ਸਾਡੇ ਕਈ ਟਾਰਗੇਟਸ ਹੁੰਦੇ ਨੇ, ਕੋਈ ਵਪਾਰ ਦਾ, ਕੋਈ ਮੁਲਾਜ਼ਮਤ ਦਾ, ਕੋਈ ਪਰਿਵਾਰ ਦਾ, ਪਰ ਸਭ ਤੋਂ ਵੱਡਾ ਜਿਹੜਾ ਟਾਰਗੇਟ ਹੈ ਉਹ ਸੱਚ ਹੈ। ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ ਜਪਜੀ ਸਾਹਿਬ ਜੀ ਤਦੇ ਆਖਿਆ ਕਿ ਕਿਉਂ ਸਚਿਆਰਾ ਹੋਈ ਹੈ, ਕਿਉਂ ਕੂੜਾ ਟੁੱਟੇ ਪਾ। ਸੋ ਜ਼ਿੰਦਗੀ ਦਾ ਮੁੱਖ ਲਕਸ਼ ਜਿਹੜਾ ਉਹ ਸੱਚ ਹੈ। ਜਿਸ ਵੇਲੇ ਅਸੀਂ ਸੱਚ ਨਾਲ ਜੁੜਾਂਗੇ ਤਾਂ ਸਾਡੀ ਜ਼ਿੰਦਗੀ ਬਹੁਤ ਵਧੀਆ ਬਣ ਜਾਏਗੀ। ਸੱਚ ਇੱਕ ਐਸੀ ਸ਼ਕਤੀ ਹੈ, ਜਿਵੇਂ ਕਿ ਬਾਬਾ ਫਰੀਦ ਜੀ ਨੇ ਆਖਿਆ, ਬੋਲੀਏ ਸੱਚ ਧਰਮ, ਝੂਠ ਨਾ ਬੋਲੀਏ, ਜੋ ਗੁਰ ਦੱਸੇ ਵਾਟ ਮੁਰੀਦਾ ਜੀ। ਤੋ ਸਤਿਗੁਰੂ ਕਿਰਪਾ ਕਰਨ, ਅਸੀਂ ਇਹ ਜੋ ਸੱਚ ਦੀ ਡੈਫੀਨੇਸ਼ਨ ਅੱਜ ਸੁਣੀਆਂ ਨੇ, ਕਿਤੇ ਸਾਡੇ ਮਨ ਵਿੱਚ ਸੱਚਮੁੱਚ ਵਸ ਜਾਣ, ਅਸੀਂ ਸੱਚ ਵੱਲ ਤੁਰ ਪਈਏ ਤੇ ਸਾਡਾ ਜੀਵਨ ਸਫਲ ਹੋ ਜਾਏ। ਪ੍ਰਭ ਕੀਰਤਨ ਸਿੰਘ ਜੀ, ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਤੋ ਸੰਗਤ ਜੀ, ਮੈਂ ਪਿੱਛੇ ਵੀ ਬੇਨਤੀ ਕੀਤੀ ਸੀ, ਅੱਜ ਫੇਰ ਕਰਨ ਲੱਗਾ ਕਿ ਸੰਗਤ ਵਿੱਚ ਜਿਹੜੀ ਆਪਾਂ ਪਿਛਲੇ 2 ਸਾਲ ਤੋਂ ਜ਼ਿਆਦਾ ਸਮੇਂ 'ਚ ਜੁੜ ਰਹੇ, ਤੇ ਮੈਂ ਦੇਖਦਾ ਵੀ ਤਕਰੀਬਨ ਸਾਰੇ ਵੀਰ ਭੈਣ ਜਿਹੜੇ ਨੇ ਉਹ ਗੁਰਮਤ ਨਾਲ ਚੰਗੀ ਤਰ੍ਹਾਂ ਜੁੜੇ ਨੇ, ਔਰ ਜਿਹੜੀ ਇਹਦੇ ਬਾਰੇ ਸਟੇਜ ਤੇ ਆ ਕੇ ਵੀ ਬੜਾ ਕੁਝ ਦੱਸ ਸਕਦੇ ਨੇ। ਪਰ ਪਤਾ ਨਹੀਂ ਕਿਉਂ ਨਹੀਂ ਇਹ ਲੜੀ ਸ਼ੁਰੂ ਨਹੀਂ ਹੋਈ। ਤੇ ਮੈਂ ਅੱਜ ਫੇਰ ਅੱਜ ਦੇ ਮੌਕੇ ਤੇ ਬੇਨਤੀ ਕਰਦਾ ਸਾਰੇ ਵੀਰਾਂ ਭੈਣਾਂ ਨੂੰ ਵੀ ਕਿਰਪਾ ਕਰੋ, ਕੋਈ ਨਾ ਕੋਈ ਵਿਸ਼ਾ ਜਿਹੜਾ ਉਹ ਲੈ ਕੇ ਤੁਸੀਂ ਉਹਦੇ ਤੇ ਆਪਣਾ ਸਕ੍ਰਿਪਟ ਬਣਾਓ। ਔਰ ਅਸੀਂ ਚਾਹਾਂਗੇ ਕਿ ਸੰਗਤ ਵਿੱਚ ਹਰ ਰੋਜ਼ ਨਵਾਂ ਜਿਹੜਾ ਬੁਲਾਰਾ ਉਹ ਆਵੇ, ਪਰ ਇਹ ਸਾਡੀ ਅਜੇ ਤੱਕ ਖਾਸ਼ ਪੂਰੀ ਨਹੀਂ ਹੋ ਰਹੀ। ਤੇ ਆਪ ਜੀ ਨੇ ਕਿਰਪਾ ਕਰਨੀ। ਮੈਂ ਫਿਰ ਬੇਨਤੀ ਕਰਦੇ ਹਾਂ ਕਿ ਜਿਹੜੇ ਵੀ ਵੀਰ ਭੈਣ ਜਿੰਨੀ ਜਲਦੀ ਹੋ ਸਕੇ ਆਪਣਾ ਕੋਈ ਸਕ੍ਰਿਪਟ ਤਿਆਰ ਕਰੋ ਜੀ। ਕੋਈ ਸਬਜੈਕਟ ਗੁਰਮਤ ਬਾਰੇ, ਰਹਿਤ ਮਰਿਆਦਾ ਬਾਰੇ, ਗੁਰਬਾਣੀ ਬਾਰੇ, ਸਿੱਖ ਇਤਿਹਾਸ ਬਾਰੇ ਲੈ ਕੇ ਤੁਸੀਂ ਉਹ ਤੇ ਤਿਆਰੀ ਕਰੋ ਜੀ। ਔਰ ਉਹ ਸਕ੍ਰਿਪਟ ਜਿਹੜਾ ਸਾਂਝਾ ਕਰਕੇ ਬੇਸ਼ੱਕ ਪੈਨਲ ਨਾਲ ਸਾਂਝਾ ਕਰਨਾ ਚਾਹੋ ਤਾਂ ਯੂ ਆਰ ਵੈਲਕਮ ਕਰ ਸਕਦੇ ਹੋ ਜੀ। ਪਰ ਚਾਹਾਂਗੇ ਇਹ ਕਿ ਵੱਖ-ਵੱਖ ਵੀਰ ਭੈਣਾਂ ਜਿਹੜੇ ਨੇ ਉਹ ਇਸ ਸਟੇਜ ਤੇ ਆ ਕੇ ਸੰਗਤ ਨਾਲ ਸਾਂਝੇ ਹੋਣ। ਮੇਰੀ ਬੇਨਤੀ ਪ੍ਰਵਾਨ ਕਰਨੀ। ਤਾਂ ਉਹ ਸੰਗਤ ਜੀ, ਹੁਣ ਸਮਾਂ ਤਾਂ ਦੌੜ ਰਿਹਾ, ਇੱਕ ਸਵਾਲ ਜਿਹੜਾ ਹੋਰ ਲੈ ਲੈਂਦੇ ਹਾਂ। ਉਹ ਸਵਾਲ ਹੈ ਕਿ ਪਿੱਛੇ ਸਨੀਚਰਵਾਰ ਜਿਸ ਦਿਨ ਭਾਈ ਸਰਬਜੀਤ ਸਿੰਘ ਜੀ ਨੇ ਗੁਰੂ ਹਰਿਰਾਏ ਸਾਹਿਬ ਜੀ ਦੇ ਜੀਵਨ ਬਾਰੇ ਗੱਲਬਾਤ ਕੀਤੀ, ਤਾਂ ਉਹਦੇ ਵਿੱਚ ਕੀਰਤਪੁਰ ਸਾਹਿਬ ਦੇ ਬਾਗਾਂ ਦਾ ਜ਼ਿਕਰ ਆਇਆ। ਤੋ ਸਾਡੇ ਕੋਲ ਸਵਾਲ ਆ ਗਿਆ ਵੀ ਕੀਰਤਪੁਰ ਸਾਹਿਬ ਵਿੱਚ ਅੱਜ ਕੱਲ੍ਹ ਕਿਤਨੇ ਬਾਗ ਹਨ ਅਤੇ ਉਹਨਾਂ ਦੀ ਸੰਭਾਲ ਕੌਣ ਕਰ ਰਿਹਾ। ਤੋ ਸਤਿਜਿੰਦਰ ਸਿੰਘ ਜੀ, ਆਪ ਜੀ ਨੂੰ ਬੇਨਤੀ ਹੈ ਵੀ ਅਨਮਿਊਟ ਕਰ ਲਓ ਔਰ ਇਹ ਸਾਨੂੰ ਦੱਸੋ ਵੀ ਕੀਰਤਪੁਰ ਸਾਹਿਬ ਅੱਜ ਕੱਲ੍ਹ ਕਿਤਨੇ ਬਾਗ ਨੇ ਤੇ ਉਹਨਾਂ ਦੀ ਸੰਭਾਲ ਕੌਣ ਕਰ ਰਿਹਾ। ਹਾਂਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਵਾਲ ਜਿਹੜਾ ਹੈ ਉਹ ਪਿਛਲੀ ਵਾਰੀ ਵੀ ਰੇਜ਼ ਹੋਇਆ ਸੀਗਾ, ਤੇ ਇਸ ਬਾਰੇ ਅਸੀਂ ਜੋ ਸਾਨੂੰ ਮਟੀਰੀਅਲ ਮਿਲਿਆ ਹੈ ਉਹ ਆਪ ਜੀ ਦੇ ਨਾਲ ਮੈਂ ਸਾਂਝਾ ਕਰਦਾ। ਪਹਿਲਾਂ ਤਾਂ ਇਹ ਗੱਲ ਹੈ ਕਿ ਪਹਿਲੇ ਪਾਤਸ਼ਾਹੀ ਤੋਂ ਲੱਗ ਕਰਕੇ ਔਰ 5ਵੇਂ ਪਾਤਸ਼ਾਹ ਤੱਕ ਜਿਹੜਾ ਮਾਝਾ ਦਾ ਇਲਾਕਾ ਹੈ ਉਸ ਨੂੰ ਹੀ ਸਿੱਖੀ ਦਾ ਕੇਂਦਰ ਜਿਹੜਾ ਹੈ ਉਹ ਬਣਾਇਆ ਗਿਆ। ਉਹਦੇ ਵਿੱਚ ਗੋਇੰਦਵਾਲ ਸਾਹਿਬ ਵੀ ਜਿਹੜੇ ਸ਼ਾਮਲ ਹਨ, ਔਰ ਉੱਥੇ ਜਿੱਥੇ ਗੁਰੂ ਅਰਜਨ ਦੇਵ ਮਹਾਰਾਜ ਦਾ ਪ੍ਰਕਾਸ਼ ਸਥਾਨ ਹੈ ਉੱਥੇ 7 ਹੋਰ ਗੁਰੂ ਸਾਹਿਬਾਨ ਵੀ ਜਿਹੜੇ ਹਨ, ਗੋਇੰਦਵਾਲ ਸਾਹਿਬ ਜਿਹੜੇ ਹਨ ਉਹਨਾਂ ਦੇ ਚਰਨ ਛੋਹ ਉਸ ਸਥਾਨ ਨੂੰ ਪ੍ਰਾਪਤ ਹੈ। ਇਸ ਮਾਝੇ ਤੋਂ ਬਾਅਦ ਕੀਰਤਪੁਰ ਸਾਹਿਬ ਨੂੰ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਕਰਤਾਰਪੁਰ ਦੀ ਜੰਗ ਜਿੱਤਣ ਪਿੱਛੋਂ ਸਿੱਖੀ ਦੇ ਕੇਂਦਰ ਵਜੋਂ ਚੁਣਿਆ। ਇੱਥੇ ਪਹਿਲਾਂ ਗੁਰੂ ਨਾਨਕ ਦੇਵ ਜੀ ਨੇ ਵੀ ਚਰਨ ਪਾਏ ਸਨ। ਇਸ ਦੇ ਨਾਲ ਹੀ ਸ੍ਰੀ ਗੁਰੂ ਹਰਿਰਾਏ ਜੀ ਅਤੇ ਸ੍ਰੀ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਦਾ ਪ੍ਰਕਾਸ਼ ਸਥਾਨ ਵੀ ਹੋਣ ਦਾ ਇਸ ਸ਼ਹਿਰ ਨੂੰ ਮਾਣ ਪ੍ਰਾਪਤ ਹੈ। 6ਵੇਂ ਗੁਰੂ ਸਾਹਿਬਾਨ ਪਰਿਵਾਰ ਸਮੇਤ 1626 ਈਸਵੀ ਨੂੰ ਇੱਥੇ ਬਾਬਾ ਸ੍ਰੀ ਚੰਦ ਜੀ ਕੋਲ ਰਹਿਣ ਲਈ ਆ ਗਏ। ਆਪਣੇ ਵੱਡੇ ਸਪੁੱਤਰ ਬਾਬਾ ਗੁਰਦਿੱਤਾ ਜੀ ਕੋਲੋਂ ਮੋਢੀ ਗੜਵਾਈ ਨਗਰ ਬਣਨਾ ਸ਼ੁਰੂ ਕੀਤਾ ਅਤੇ ਕੀਰਤਪੁਰ ਇਸ ਸਥਾਨ ਦਾ ਨਾਂ ਰੱਖਿਆ ਗਿਆ। ਇੱਥੇ ਇੱਕ ਨਗਰ ਆਬਾਦ ਹੋਣ ਦਾ ਬਚਨ ਗੁਰੂ ਨਾਨਕ ਸਾਹਿਬ
ਕਹਿੰਦੇ ਨੇ ਕਿ ਪਹਿਲਾਂ ਹੀ ਕਰ ਗਏ ਸਨ। ਇਸ ਮਕਸਦ ਲਈ ਰਾਜਾ ਤਾਰਾ ਚੰਦ ਕੋਲੋਂ ਜ਼ਮੀਨ ਖਰੀਦ ਕੇ ਸੁੰਦਰ ਇਮਾਰਤਾਂ ਦਾ ਨਿਰਮਾਣ ਕਰਾਇਆ ਗਿਆ। ਇਸ ਦੇ ਨਾਲ ਹੀ ਸੁੰਦਰ ਬਾਗ ਬਗੀਚੇ ਵੀ ਲਗਾਏ ਗਏ, ਜਿਨ੍ਹਾਂ ਦੀ ਗਿਣਤੀ ਲਗਭਗ 52 ਸੀ। ਇਹਨਾਂ ਵਿੱਚੋਂ ਸਭ ਤੋਂ ਸ਼੍ਰੋਮਣੀ ਨੌਲੱਖਾ ਬਾਗ ਸੀ। ਗੁਰੂ ਕੇ ਬਾਗ ਦੇ ਨਾਲ ਹੀ ਗੁਰੂ ਪਰਿਵਾਰ ਦੀਆਂ ਰਿਹਾਇਸ਼ੀ ਇਮਾਰਤਾਂ ਸਨ ਔਰ ਨਾਲ ਹੋਰ ਗੁਰਦੁਆਰੇ ਵੀ ਜਿਹੜੇ ਹਨ ਉੱਥੇ ਜਿਹੜੇ ਹਨ ਲੱਗੇ ਸਨ। ਤੋ ਇਹ ਜੋ ਸਥਾਨ ਸੀ, ਇੱਥੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਆਪਣੇ ਸਮੇਂ ਦੇ ਅੰਦਰ ਉੱਥੇ ਟਹਿਲਦੇ ਰਹੇ ਹਨ, ਜਿੰਨੀ ਦੇਰ ਉੱਥੇ ਰਹੇ ਹਨ। ਔਰ ਇੱਥੇ ਹੀ ਬੈਠ ਕਰਕੇ ਗੁਰੂ ਹਰਿਰਾਏ ਸਾਹਿਬ ਜੀ ਵੀ ਜਿਹੜੇ ਹਨ ਉਸ ਬਾਗ ਦੀ ਜਿਹੜੀ ਹੈ ਦੇਖਭਾਲ ਕਰਿਆ ਕਰਦੇ ਸਨ। ਤੋ ਇਸ ਸਥਾਨ ਤੇ ਤਕਰੀਬਨ 5 ਗੁਰੂ ਸਾਹਿਬਾਨ ਨੇ 49 ਸਾਲ ਲਗਾਤਾਰ ਸਿੱਖੀ ਦਾ ਪ੍ਰਚਾਰ ਜਿਹੜਾ ਹੈ ਕੀਤਾ। ਤੇ ਗੁਰੂ ਸਾਹਿਬਾਨ ਨੇ ਜਿਹੜੇ ਅਸਲ ਵਿੱਚ ਇਹ ਜਿਹੜੇ ਬਾਗ ਬਗੀਚੇ ਹਨ, ਇਹਨਾਂ ਦੇ ਵਿੱਚ ਖੂਬਸੂਰਤ ਬਾਗ ਸਨ। ਮੁਲਕ ਭਰ ਦੇ ਸੁੰਦਰ ਬਾਗ ਬਗੀਚਿਆਂ ਵਿੱਚੋਂ ਇਹ ਉੱਤਮ ਗਿਣੇ ਜਾਂਦੇ ਸਨ। ਤੋ ਅਸਲ ਵਿੱਚ ਨੌਲੱਖਾ ਇਸ ਬਾਗ ਦਾ ਨਾਂ ਨਹੀਂ, ਸਗੋਂ ਇਸ ਬਾਗ ਦਾ ਰੁਤਬਾ ਸੀ। ਸਮੇਂ ਦੇ ਨਾਲ ਨਾਲ ਗੁਰੂ ਪੰਥ ਨੂੰ ਜੰਗਾਂ ਯੁੱਧਾਂ ਦੀਆਂ ਦੁਸ਼ਵਾਰੀਆਂ ਕਰਕੇ ਜਾਂ ਬਾਅਦ ਵਿੱਚ ਰਿਹਾਇਸ਼ ਲਈ ਵੱਧਦੀ ਮੰਗ ਕਰਕੇ ਗੁਰੂ ਕਾਲ ਦੇ ਬੇਸ਼ਕੀਮਤੀ ਬਾਗ ਬਗੀਚੇ ਹੌਲੀ ਹੌਲੀ ਅਲੋਪ ਹੁੰਦੇ ਗਏ। ਇਹਨਾਂ ਵਿੱਚੋਂ ਹੀ ਇੱਕ ਬਾਗ ਸੀ ਜੋ ਦੁਰਲਭ ਜੜੀਆਂ ਬੂਟੀਆਂ ਹਰਬਲ ਜਿਹੜੀ ਪਲਾਂਟ ਸਨ ਔਰ ਬੇਸ਼ਕੀਮਤੀ ਫੁੱਲ ਬੂਟਿਆਂ ਕਰਕੇ ਮੁਲਕ ਭਰ ਵਿੱਚ ਮਸ਼ਹੂਰ ਸੀ। ਪਰ ਹੌਲੀ ਹੌਲੀ ਇਹ ਬਾਗ ਸੁੰਗੜਦਾ ਗਿਆ ਤੇ ਅੱਜ ਲਗਭਗ ਲੋਪ ਹੋਣ ਦੇ ਕੰਢੇ ਤੇ ਆ ਗਿਆ। ਇਹ ਉਹ ਬਾਗ ਹੈ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਜੀਵਨ ਦੇ ਆਖਰੀ ਸਾਲਾਂ ਵਿੱਚ ਸਵੇਰੇ ਸ਼ਾਮ ਟਹਿਲਿਆ ਕਰਦੇ ਸਨ। ਗੁਰੂ ਜੀ ਦਾ ਫੁੱਲਾਂ ਬੂਟਿਆਂ ਤੇ ਬਾਗਾਂ ਨਾਲ ਬਹੁਤ ਪਿਆਰ ਸੀ। ਇਸ ਬਾਗ ਵਿੱਚ ਕੋਮਲਚਿਤ ਦਇਆ ਦੇ ਸਾਗਰ ਬਾਲ ਗੁਰੂ ਹਰਿਰਾਏ ਜੀ ਆਪਣੇ ਗੁਰਦੇਵ ਦਾਦਾ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਉਂਗਲ ਫੜ ਕੇ ਬਚਪਨ ਦੇ ਦਿਨਾਂ ਵਿੱਚ ਸੈਰ ਕਰਿਆ ਕਰਦੇ ਸਨ। ਇੱਕ ਦਿਨ ਸੈਰ ਕਰਨ ਲਈ ਦਾਦਾ ਜੀ ਦੇ ਨਾਲ ਚੱਲ ਰਹੇ ਸਨ ਤਾਂ ਆਪ ਜੀ ਦੇ ਚੋਗੇ ਦੀ ਕਲੀ ਵਿੱਚ ਇੱਕ ਫੁੱਲ ਫਸ ਗਿਆ ਤੇ ਚੋਲਾ ਅਟਕਿਆ ਵੇਖ ਥੋੜਾ ਜਿਹਾ ਖਿੱਚਿਆ ਤੇ ਫੁੱਲ ਟੁੱਟ ਗਿਆ। ਇਹ ਜੋ ਵਾਰਤਾ ਹੈ, ਇੱਕ ਫੁੱਲ ਨਾਜ਼ੁਕ, ਦੂਜਾ ਬਚਪਨ ਦਾ ਕੋਮਲ ਹਿਰਦਾ। ਗੁਰੂ ਸਾਹਿਬ ਉੱਥੇ ਹੀ ਥੋੜਾ ਸਹਿਮ ਕੇ ਬੈਠ ਗਏ ਤੇ ਦਾਦਾ ਜੀ ਜਿਹੜੇ ਹਨ ਉਹਨਾਂ ਨੂੰ ਦੇਖਿਆ ਕਿ ਇੱਥੇ ਬੈਠੇ ਹੋਏ ਹਨ ਤਾਂ ਪੋਤਰਾ ਪਿੱਛੇ ਨਾ ਆਉਂਦਾ ਵੇਖ ਕੇ ਸੱਚੇ ਪਾਤਸ਼ਾਹ ਛੇਵੇਂ ਪਾਤਸ਼ਾਹ ਜੀ ਨੇ ਪਰਤ ਕੇ ਵੇਖਿਆ ਤਾਂ ਬਾਲ ਗੁਰੂ ਹਰਿਰਾਏ ਜੀ ਉਦਾਸ ਚਿੱਤ ਸੋਚੀ ਪਏ ਫੁੱਲ ਨੂੰ ਨਿਹਾਰ ਰਹੇ ਸਨ। ਦਾਦਾ ਜੀ ਨੇ ਫੁੱਲ ਦੇ ਟੁੱਟਣ ਦਾ ਕਾਰਨ ਪੁੱਛਿਆ ਤਾਂ ਬੜੀ ਹਲੀਮੀ ਨਾਲ ਧੀਮੀ ਜਿਹੀ ਆਵਾਜ਼ ਵਿੱਚ ਬੋਲੇ ਕਿ ਦਾਦਾ ਜੀ, ਇਹ ਫੁੱਲ ਤਾਂ ਮੇਰੇ ਤੋਂ ਟੁੱਟਿਆ ਹੈ। ਸੱਚੇ ਪਾਤਸ਼ਾਹ ਜੀ ਨੇ ਪੁੱਛਿਆ ਕਿ ਕਿਵੇਂ ਟੁੱਟ ਗਿਆ ਹੈ ਤਾਂ ਬਾਲ ਗੁਰੂ ਹਰਿਰਾਏ ਜੀ ਨੇ ਬੜੀ ਮਾਸੂਮੀਅਤ ਭਰੇ ਲਹਿਜੇ ਵਿੱਚ ਬਿਆਨ ਕਰਦਿਆਂ ਕਿਹਾ ਕਿ ਮੇਰੇ ਚੋਲੇ ਦੀ ਕਲੀ ਵਿੱਚ ਅਟਕ ਕੇ ਟੁੱਟ ਗਿਆ। ਛੇਵੇਂ ਪਾਤਸ਼ਾਹ ਜੀ ਨੇ ਸਹਿਜ ਹੀ ਬਚਨ ਕੀਤਾ ਕਿ ਬੇਟਾ ਇੰਨੇ ਵੱਡੇ ਚੋਲੇ ਪਹਿਨਣੇ ਹਨ ਤਾਂ ਸਮੇਟ ਕੇ ਟੁਰਿਆ ਕਰੋ। ਹੁਣ ਵੇਖੋ ਫੁੱਲ ਟਹਿਣੀ ਤੋਂ ਟੁੱਟ ਕੇ ਮੁਰਝਾ ਗਿਆ ਹੈ। ਇਹ ਫੁੱਲ ਥੋੜੀ ਦੇਰ ਪਹਿਲਾਂ ਅਸੀਂ ਟਹਿਣੀ ਉੱਪਰ ਟਹਿਕਦਾ ਵੇਖਿਆ ਸੀ, ਕਿੰਨਾ ਸੁੰਦਰ ਲੱਗ ਰਿਹਾ ਸੀਗਾ। ਤਾਂ ਇਹ ਨਾ ਤਾਂ ਮੁਰਝਾਇਆ ਹੋਇਆ ਫੁੱਲ ਅਤੇ ਨਾ ਹੀ ਆਪ ਦਾ ਫੁੱਲ ਵਰਗਾ ਉਦਾਸ ਚਿਹਰਾ ਸਾਡੇ ਮਨ ਨੂੰ ਠੀਕ ਲੱਗਦਾ ਹੈ। ਇਹ ਜਿਹੜੇ ਬਾਗ ਸਨ, ਜਿਵੇਂ ਮੈਂ ਹੁਣੇ ਬੇਨਤੀ ਕੀਤੀ ਹੈ, ਇਹ ਬੜੇ ਇੰਪੋਰਟੈਂਟ ਬਾਗ ਸਨ ਔਰ ਇਹਨਾਂ ਬਾਗਾਂ ਨੂੰ ਜਿਹੜਾ ਹੈ ਸਮੇਂ ਦੇ ਜਿਸ ਵੇਲੇ ਸਿੰਘ ਲੜਾਈਆਂ ਦੇ ਵਿੱਚ ਆਪਣੇ ਘਰ-ਬਾਰ ਛੱਡ ਕੇ ਜੰਗਲ ਬਿਆਬਾਨਾਂ ਵਿੱਚ ਚਲੇ ਗਏ, ਉਸ ਸਮੇਂ ਇਹ ਜਿਹੜੇ ਬਾਗ ਹਨ ਇਹ ਵੀ ਜਿਹੜੇ ਹਨ ਉਹਨਾਂ ਦੀ ਵੀ ਅਲੋਪ ਹੋ ਗਏ। ਤੇ ਹੁਣ ਜਿਹੜਾ ਇਹ ਨੌਲੱਖਾ ਬਾਗ ਹੈ, ਇਹ ਜਿਹੜਾ ਹੈ ਕੀਰਤਪੁਰ ਸਾਹਿਬ ਦੇ ਅੰਦਰ, ਇਸ ਨੂੰ ਬਾਬਾ ਸੇਵਕ ਸਿੰਘ ਜੀ ਜਿਹੜੇ ਹਨ ਉਹ ਇਸ ਦੀ ਦੇਖ ਰੇਖ ਕਰ ਰਹੇ ਹਨ ਔਰ ਇਹ ਇਸ ਨੂੰ ਪੁਰਾਣੀ ਦਿੱਖ ਜਿਹੜੀ ਹੈ ਇਸ ਨੂੰ ਵਾਪਸ ਲਿਆਉਣ ਦੀ ਉਹ ਭਰਸਕ ਜਿਹੜੀ ਹਨ ਉਹ ਕੋਸ਼ਿਸ਼ ਕਰ ਰਹੇ ਹਨ। ਤੋ ਇਹ ਜੋ ਬਾਗ ਜਿਹੜੇ ਇਸ ਵਕਤ ਹੈ, ਪਹਿਲੇ 52 ਬਾਗ ਸਨ, ਹੁਣ ਇਹ ਨੌਲੱਖਾ ਬਾਗ ਹੈ। ਇਸ ਨੂੰ ਬਾਬਾ ਸੇਵਕ ਸਿੰਘ ਜੀ ਦੇਖ ਰਹੇ ਹਨ। ਤੋ ਆਸ ਹੈ ਜਿਨ੍ਹਾਂ ਸਵਾਲ ਕੀਤਾ ਉਹਨਾਂ ਨੂੰ ਇਸ ਦੀ ਜਾਣਕਾਰੀ ਮਿਲ ਗਈ ਹੋਵੇਗੀ। ਤਾਂ ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੁਦਰਤੀ ਸੋਮਿਆਂ ਨੂੰ ਸੰਭਾਲ ਕੇ ਰੱਖਣਾ ਹਰੇਕ ਮਨੁੱਖ ਦਾ ਫਰਜ਼ ਹੈ। ਆਪਾਂ ਦੇਖਦੇ ਹਾਂ ਕਿ ਪਿਛਲੇ ਕਾਫੀ ਸਮੇਂ ਤੋਂ ਸਾਡੀਆਂ ਲਾਪਰਵਾਹੀਆਂ ਕਰਕੇ ਜੰਗਲ ਜਿਹੜੇ ਕੱਟੇ ਜਾ ਰਹੇ ਨੇ ਔਰ ਜਿਹੜੇ ਦਰਿਆਵਾਂ ਦੇ ਪਾਣੀ ਨੇ ਦੂਸ਼ਿਤ ਹੋ ਰਹੇ ਨੇ, ਉਹਦਾ ਫਲ ਵੀ ਅਸੀਂ ਆਪ ਹੀ ਭੁਗਤ ਰਹੇ ਹਾਂ ਕਿ ਆਏ ਦਿਨ ਇੰਨੀਆਂ ਨਵੀਆਂ ਬਿਮਾਰੀਆਂ ਆਉਂਦੀਆਂ ਨੇ ਔਰ ਗਲੋਬਲ ਵਾਰਮਿੰਗ ਦਾ ਅੱਜ ਇੰਨਾ ਹਿਊ ਐਂਡ ਕਰਾਈ ਹੈ, ਉਹਦਾ ਕਾਰਨ ਮਨੁੱਖ ਆਪ ਹੈ। ਤੁਸੀਂ
ਕੱਲ ਦੇ ਵੀ ਖਬਰਾਂ ਸੀ ਕਿ ਵੀ ਕਿੰਨੇ ਕਰੋੜ ਟਨ ਜਿਹੜਾ ਉਹ ਕਚਰਾ ਜਿਹੜਾ ਸਾਡੇ ਦਰਿਆਵਾਂ ਔਰ ਸਮੁੰਦਰ ਵਿੱਚ ਇਕੱਠਾ ਹੋ ਗਿਆ। ਤੋ ਇਹ ਸਾਰੇ ਲਈ ਅਸੀਂ ਆਪ ਜ਼ਿੰਮੇਵਾਰ ਆ। ਤੋ ਕੁਦਰਤੀ ਜਿਹੜੇ ਸਰੋਤ ਨੇ, ਇਹ ਜਿਹੜੇ ਸੋਮੇ ਨੇ, ਇਹਨਾਂ ਨੂੰ ਅਸੀਂ ਧਿਆਨ ਨਾਲ ਰੱਖਣਾ ਹੈ। ਔਰ ਮਹਾਰਾਜ ਨੇ ਸਾਨੂੰ ਹੁਕਮ ਕੀਤਾ ਹੈ ਕਿ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨ ਜਾਈ ਲਖਿਆ। ਤੋ ਆਓ ਸਤ ਸੰਗੀਓ, ਜੋ ਵੀਰ ਜੀ ਨੇ ਸਾਨੂੰ ਕੀਰਤਪੁਰ ਸਾਹਿਬ ਦੇ ਬਾਗ ਬਾਰੇ ਦੱਸਿਆ, ਤੋ ਚਾਹੀਦਾ ਤੇ ਇਹ ਸੀਗਾ ਕਿ ਉੱਥੇ ਜਿਵੇਂ ਗੁਰੂ ਮਹਾਰਾਜ ਨੇ ਬਾਗ ਸ਼ੁਰੂ ਕੀਤੇ, ਜੇ ਉਸ ਵੇਲੇ 52 ਬਾਗ ਸੀਗੇ ਤਾਂ ਇਸ ਵੇਲੇ ਕਈ ਜ਼ਿਆਦਾ ਹੋਣੇ ਚਾਹੀਦੇ ਸਨ, ਪਰੰਤੂ ਉਹ ਸੁੱਕੜ ਗਿਆ ਕੰਮ। ਤੇ ਫਿਰ ਵੀ ਅਸੀਂ ਧੰਨਵਾਦ ਕਰਦੇ ਹਾਂ ਜੀ ਬਾਬਾ ਸੇਵਾ ਸਿੰਘ ਜੀ, ਜਿਹੜੇ ਖਡੂਰ ਸਾਹਿਬ ਵਾਲੇ, ਬਹੁਤ ਸਾਰੀਆਂ ਸੰਗਤਾਂ ਉਹਨਾਂ ਨੂੰ ਜਾਣਦੀਆਂ ਹੋਣਗੀਆਂ। ਔਰ ਜਿਨ੍ਹਾਂ ਨੇ ਖਡੂਰ ਸਾਹਿਬ ਉਸ ਇਲਾਕੇ ਦੇ ਦਰਸ਼ਨ ਨਹੀਂ ਕੀਤੇ, ਮੈਂ ਬੇਨਤੀ ਕਰਾਂਗਾ ਜਦ ਵੀ ਸੁਭਾਗ ਪ੍ਰਾਪਤ ਹੋਵੇ ਜਾਓ। ਉਹਨਾਂ ਨੇ ਬੜੇ ਅੱਛੇ ਕੰਮ ਕੀਤੇ ਨੇ ਜੋ ਇੱਕ ਗੁਰਸਿੱਖ ਨੂੰ ਕਰਨੇ ਚਾਹੀਦੇ ਨੇ। ਉਹਨਾਂ ਨੇ ਬੜੀਆਂ ਮਾਡਰਨ ਲੀਹਾਂ ਤੇ ਸਕੂਲ ਕਾਲਜ ਚਲਾਏ ਨੇ, ਔਰ ਉਹ ਇਲਾਕੇ ਦਾ ਕਾਫੀ ਮਤਲਬ ਲੰਬਾ ਚੌੜਾ ਇਲਾਕਾ ਜਿਹੜਾ ਉਹਨਾਂ ਨੇ ਹਰਾ ਭਰਾ ਕਰ ਦਿੱਤਾ ਹੈ ਇਸ ਨਵੇਂ ਦਰਖਤ ਬੂਟੇ ਲਾ ਕੇ। ਪਿਛਲੇ ਤਕਰੀਬਨ 2-3 ਦਹਾਕਿਆਂ ਤੋਂ ਬੜੀ ਅਣਥੱਕ ਸੇਵਾ ਕਰਦੇ ਨੇ। ਤੋ ਉਹੀ ਜਿਵੇਂ ਵੀਰ ਜੀ ਨੇ ਦੱਸਿਆ, ਇਹ ਜਿਹੜਾ 9 ਲੱਖਾ ਬਾਗ ਹੈ ਕੀਰਤਪੁਰ, ਉਹਦੀ ਵੀ ਉਹ ਸੰਭਾਲ ਕਰ ਰਹੇ ਨੇ। ਤਜਿੰਦਰ ਸਿੰਘ ਜੀ ਕੋਲ ਫੇਰ ਆਪ ਜੀ ਦਾ ਧੰਨਵਾਦ। ਤੋ ਸੰਗਤ ਜੀ ਸਮਾਂ ਹੋ ਗਿਆ, ਤੋ ਜਿਹੜਾ ਸਵਾਲ ਸਾਡੇ 2 ਰਹਿ ਗਏ ਨੇ ਉਹ ਆਪਾਂ ਅਗਲੇ ਹਫਤੇ ਪਹਿਲਾਂ ਕਰ ਲਵਾਂਗੇ। ਤੋ ਮੈਂ ਬੇਨਤੀ ਕਰਦੇ ਹਾਂ ਕਿ ਮੈਂ ਪਹਿਲੇ ਵੀ ਬੇਨਤੀ ਕੀਤੀ ਹੈ ਅੰਮ੍ਰਿਤ ਸੰਚਾਰ ਬਾਰੇ, ਕਿ ਆਉਂਦੇ ਸ਼ਨੀਚਰਵਾਰ ਜਿਹੜਾ ਮਤਲਬ ਹੈ ਵੀ ਹੁਣ 16 ਤਰੀਕ ਨੂੰ ਆ ਰਿਹਾ, 16 ਜੁਲਾਈ ਨੂੰ ਬੈਫਲੋ ਗੁਰਦੁਆਰਾ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਹੋ ਰਿਹਾ। ਤੋ ਜਿਹੜੇ ਵੀ ਨਾਰਥ ਅਮਰੀਕਾ ਚੋਂ, ਸਾਡੇ ਇਸ ਕੈਨੇਡਾ ਦੇ ਇਲਾਕੇ ਚੋਂ, ਔਰ ਜਿਹੜੇ ਉਸ ਇਲਾਕੇ ਚੋਂ ਪਹੁੰਚ ਸਕਦੇ ਨੇ, ਉਹ ਕਿਰਪਾ ਕਰਕੇ ਉੱਥੇ ਪਹੁੰਚਣ। ਜੇ ਕਿਸੇ ਨੇ ਵਧੇਰੇ ਜਾਣਕਾਰੀ ਲੈਣੀ ਹੋਵੇ ਤਾਂ ਡਾਕਟਰ ਅਮਰਜੀਤ ਸਿੰਘ ਜੀ ਨਾਲ ਸੰਪਰਕ ਕੀਤਾ ਜਾ ਸਕਦਾ ਹੈ, ਜਾਂ ਦਾਸ ਨੂੰ ਵੀ ਆਪ ਜੀ ਸੁਨੇਹਾ ਭੇਜ ਸਕਦੇ। ਧੰਨਵਾਦ। ਤੋ ਸੰਗਤ ਜੀ ਸਮਾਂ ਹੋ ਗਿਆ। ਸੰਗਤ ਵਿੱਚ ਇੱਕ ਨਵੇਂ ਆਏ ਨੇ ਮੇਰੇ ਵੀਰ ਸਾਹਿਬ ਪਰਮਜੀਤ ਸਿੰਘ ਜੀ ਲੁਧਿਆਣਾ ਤੋਂ, ਤੇ ਉਹਨਾਂ ਨੂੰ ਬੇਨਤੀ ਹੈ ਵੀ ਉਹ ਅਨਮਿਊਟ ਕਰਕੇ ਸੰਗਤ ਨਾਲ ਫਤਿਹ ਸਾਂਝੀ ਕਰ ਲੈਣ। ਸਾਹਿਬ ਪਰਮਜੀਤ ਸਿੰਘ ਜੀ। ਹਾਂਜੀ MP ਸਿੰਘ ਜੀ, ਜਰਾ ਅਨਮਿਊਟ ਕਰ ਦੇਣ ਤੇ ਰਿਕਾਰਡਿੰਗ ਬੰਦ ਕਰ ਦੇਣ। ਅਨਮਿਊਟ ਦੀ ਰਿਕੁਐਸਟ ਤਾਂ ਕਰਤੀ ਹੈ।